2 Corinthians 10ਵਾਂ ਅਧਿਆਇ। ਸੋ ਹੇ ਪਿਆਰਿਓ, ਜਦੋਂ ਇਹ ਬਚਨ ਸਾਨੂੰ ਦਿੱਤੇ ਹੋਏ ਸਨ ਤਾਂ ਆਓ ਅਸੀਂ ਆਪਣੇ ਆਪ ਨੂੰ ਸਰੀਰ ਤੇ ਆਤਮਾ ਦੀ ਸਾਰੀ ਗੰਦਗੀ ਤੋਂ ਸ਼ੁੱਧ ਕਰਕੇ ਪਰਮੇਸ਼ਵਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ। ਸੰਤ ਜੀ ਇੱਥੇ ਉਹ ਬਚਨ ਬਾਰੇ ਦੱਸਦੇ ਆ ਜੋ ਬਚਨ ਪਰਮੇਸ਼ਵਰ ਨੇ ਦਿੱਤੇ, ਜੋ ਵਾਅਦੇ ਪਰਮੇਸ਼ਵਰ ਨੇ ਕੀਤੇ। ਪਿਛਲੇ ਅਧਿਆਇ ਕ੍ਰਿੰਥੀਅਨ 6ਵਾਂ ਅਧਿਆਇ ਸੰਤ ਜੀ ਨੇ ਲਿਖਿਆ ਕਿ ਸਾਨੂੰ ਦੁਨਿਆਵੀ ਪ੍ਰਭਾਵ ਦੁਨੀਆ ਤੋਂ ਅਲੱਗ ਹੋਣਾ ਚਾਹੀਦਾ, ਜਾਂ ਦੁਨੀਆ ਦੇ ਨਾਲ ਜੋੜਨਾ ਨਹੀਂ ਚਾਹੀਦਾ, ਕਿਉਂਕਿ ਲੋਹ ਦਾ ਹਨੇਰੇ ਨਾਲ ਕੋਈ ਤਲਕ ਨਹੀਂ ਆ, ਨਾ ਸੰਬੰਧ ਆ। ਬਲਕਿ ਸੰਤ ਜੀ ਨੇ ਸਾਨੂੰ ਦੱਸਿਆ ਕਿ ਸਾਨੂੰ ਚਾਹੀਦਾ ਸੀ ਦੁਨੀਆ ਦੀਆਂ ਚੀਜ਼ਾਂ ਤੋਂ, ਦੁਨੀਆ ਦੇ ਪ੍ਰਭਾਵ ਤੋਂ ਆਪਣੇ ਆਪ ਨੂੰ ਦੂਰ ਰੱਖੀਏ ਤਾਂ ਕਿ ਅਸੀਂ ਪਰਮੇਸ਼ਵਰ ਦੇ ਲਾਗੇ ਜਾ ਸਕੀਏ ਅਤੇ ਉਹਦੇ ਨਾਲ ਤੁਰ ਸਕੀਏ। ਫਿਰ ਪਰਮੇਸ਼ਵਰ ਨੇ ਕਈ ਵਾਅਦੇ ਕੀਤੇ ਜਿਹੜੇ ਕਿ ਅਸੀਂ ਪਿਛਲੇ ਅਧਿਆਇ 'ਚ ਪੜ੍ਹਿਆ। ਕਿਹੜੇ ਵਾਅਦੇ? ਪਰਮੇਸ਼ਵਰ ਕੀ ਕਹਿੰਦਾ ਕਿ ਜੇ ਤੁਸੀਂ ਦੁਨੀਆ ਚੋਂ ਬਾਹਰ ਨਿਕਲੋਗੇ, ਉਹਨਾਂ ਚੀਜ਼ਾਂ ਚੋਂ ਬਾਹਰ ਜਿਹੜੀਆਂ ਰੱਬ ਪਸੰਦ ਨਹੀਂ ਕਰਦਾ, ਤਾਂ ਰੱਬ ਵਾਅਦਾ ਕਰਦਾ ਤੁਹਾਡੇ ਨਾਲ। ਉਹ ਕਿਹੜਾ ਵਾਅਦਾ? ਪਰਮੇਸ਼ਵਰ ਕਹਿੰਦਾ ਮੈਂ ਤੁਹਾਨੂੰ ਕਬੂਲ ਕਰਾਂਗਾ। ਪਹਿਲਾ ਵਾਅਦਾ ਇਹ ਕਿ ਅਗਰ ਤੁਸੀਂ ਉਹਨਾਂ ਚੀਜ਼ਾਂ ਚੋਂ ਬਾਹਰ ਨਿਕਲੋ ਜਿਨ੍ਹਾਂ ਚੀਜ਼ਾਂ 'ਚ ਫਸੇ ਆ, ਦੁਨੀਆ ਤੇ ਦੁਨੀਆ ਦੇ ਪ੍ਰਭਾਵ ਤੋਂ ਬਾਹਰ ਨਿਕਲੋ, ਆਪਣੇ ਆਪ ਨੂੰ ਪਰਮੇਸ਼ਵਰ ਦੇ ਲਈ ਜੁਦਾ ਕਰੋ, ਤਾਂ ਪਰਮੇਸ਼ਵਰ ਪਿਛਲੇ ਅਧਿਆਇ ਦੇ ਵਿੱਚ ਕਹਿੰਦਾ ਮੇਰੀ ਗੱਲ ਮੈਂ ਤੁਹਾਨੂੰ ਕਬੂਲ ਕਰਾਂਗਾ। ਫਿਰ ਉੱਥੇ ਪਰਮੇਸ਼ਵਰ ਦੂਸਰਾ ਵਾਅਦਾ ਕਰਦਾ ਕਿ ਮੈਂ ਤੁਹਾਡਾ ਜਾਂ ਉਹ ਤੁਹਾਡਾ ਪਿਤਾ ਹੋਵੇਗਾ। ਤੀਸਰਾ ਵਾਅਦਾ ਪਰਮੇਸ਼ਵਰ ਕਰਦਾ ਕਿ ਤੁਸੀਂ ਉਹਦੇ ਪੁੱਤ ਧੀਆਂ ਹੋਵੋਗੇ। ਇਹ ਵਾਅਦਾ ਪਰਮੇਸ਼ਵਰ ਕਰ ਰਿਹਾ ਕਿ ਜੇ ਅਸੀਂ ਸੰਸਾਰਿਕ ਪ੍ਰਭਾਵ ਤੋਂ ਆਪਣੇ ਆਪ ਨੂੰ ਦੂਰ ਰੱਖੀਏ। ਇਹ ਨਹੀਂ ਕਿ ਸੰਸਾਰ ਦੇ ਭਾਰ ਹੇਠਾਂ ਅਸੀਂ ਦੱਬੇ ਜਾਈਏ ਜਾਂ ਦੁਨੀਆ ਦੇ ਵਿੱਚ ਦੁਨੀਆ ਦੀਆਂ ਚੀਜ਼ਾਂ 'ਚ ਅਸੀਂ ਫਸ ਜਾਈਏ। ਪਰਮੇਸ਼ਵਰ ਨੇ ਸਾਨੂੰ ਚੁਣੇ ਆਪਣੇ ਆਪ ਨੂੰ ਅਲੱਗ ਕਰਨ ਲਈ, ਕਿਉਂਕਿ ਅਸੀਂ ਦੁਨੀਆ ਦੇ ਲੋਕ ਨਹੀਂ ਬਲਕਿ ਪਰਮੇਸ਼ਵਰ ਦੇ ਲੋਕ ਆ। ਫਿਰ ਕਹਾਂ ਸੰਤ ਜੀ ਇਸੇ ਅਧਿਆਇ ਇਸੇ ਲੈਣ ਦੇ ਵਿੱਚ ਕਹਿੰਦੇ ਆ ਕਿ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਗੰਦਗੀ ਤੋਂ ਦੂਰ ਰੱਖਣਾ। ਪਰਮੇਸ਼ਵਰ ਸਾਡੇ ਦਿਲਾਂ ਨੂੰ ਕਿਸ ਤਰ੍ਹਾਂ ਸਾਫ਼ ਕਰ ਸਕਦਾ? ਕਈ ਵਾਰੀ ਅਸੀਂ ਰੱਬ ਨੂੰ ਕਿਹਾ ਪਰਮੇਸ਼ਵਰ ਮੈਨੂੰ ਅੰਦਰੋਂ ਸਾਫ਼ ਕਰ, ਮੈਨੂੰ ਅੰਦਰੋਂ ਨਵਾਂ ਬਣਾ। ਪਰਮੇਸ਼ਵਰ ਕਹਿੰਦਾ ਕਿ ਮੈਂ ਕਿਸ ਤਰ੍ਹਾਂ ਤੁਹਾਨੂੰ ਅੰਦਰੋਂ ਨਵਾਂ ਬਣਾ ਸਕਦਾ? ਜਦੋਂ ਤੁਸੀਂ ਹਰਦਮ ਆਪਣੀਆਂ ਅੱਖਾਂ, ਆਪਣੇ ਕੰਨ, ਆਪਣੇ ਹੱਥਾਂ ਨਾਲ ਉਹ ਕੰਮ ਕਰਦੇ ਆ ਜਿਹੜੇ ਕੰਮ ਮੈਂ ਨਹੀਂ ਚਾਹੁੰਦਾ, ਤਾਂ ਜਿੰਨਾ ਚਿਰ ਤੁਸੀਂ ਉਹ ਕਰੀ ਜਾਂਦੇ ਆ ਤਾਂ ਉਹਨਾਂ ਚਿਰ ਮੈਂ ਤੁਹਾਨੂੰ ਕਿਸ ਤਰ੍ਹਾਂ ਸਾਫ਼ ਕਰ ਸਕਦਾ ਹਾਂ? ਸਰੀਰ ਦੀ ਗੰਦਗੀ ਦੀ ਬਾਰੇ ਜਦੋਂ ਬਾਈਬਲ ਦੱਸਦੀ, ਸਰੀਰ ਦੀ ਗੰਦਗੀ ਇਹ ਸਰੀਰ ਦੇ ਕੰਮ ਸ਼ਰਾਬੀ ਪੋਣਾ, ਈਰਖਾ, ਗੁੱਸਾ, ਕ੍ਰੋਧ, ਵੈਰ, ਝਗੜੇ, ਧੜੇਬਾਜ਼ੀਆਂ, ਇਹ ਹੈ ਸਰੀਰਕ ਪਾਪ। ਪਰ ਇੱਥੇ ਦੋ ਪਾਪਾਂ ਦੀ ਗੱਲ ਕਰਦਾ, ਸਰੀਰ ਤੇ ਆਤਮਿਕ ਪਾਪ। ਆਤਮਿਕ ਪਾਪ ਉਹ ਜਿਹੜੇ ਅੰਦਰਲੇ ਪਾਪ ਆ। ਉਹ ਕਿਹੜੇ ਆ? ਗਲਤ ਸੋਚਾਂ, ਗਲਤ ਖਿਆਲ, ਗਲਤ ਸੁਪਨੇ, ਗਲਤ ਸੁਪਨੇ ਲੈਣੇ ਆਪਣੇ ਮਨ ਦਿਮਾਗ ਦੇ ਵਿੱਚ। ਇਹ ਹੈ ਆਤਮਾ ਦੀ ਜਾਂ ਆਤਮਾ ਦਾ ਪਾਪ। ਸੋ ਸੰਤ ਜੀ ਕਹਿੰਦੇ ਕਿ ਆਪਣੇ ਆਪ ਨੂੰ ਸਰੀਰ ਆਤਮਾ ਦੀ ਗੰਦਗੀ ਤੋਂ ਸ਼ੁੱਧ ਕਰਕੇ ਪਰਮੇਸ਼ਵਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ। ਦਿਲ ਦੇ ਵਿੱਚ ਰੱਬ ਦਾ ਡਰ ਰੱਖ ਕੇ ਅਸੀਂ ਆਪਣੇ ਆਪ ਨੂੰ ਸਹੀ ਬਣਾਈਏ ਜਿੰਨਾ ਅਸੀਂ ਬਣ ਸਕਦੇ ਹਾਂ। ਸੰਤ ਜੀ ਗਾਹਾਂ ਸਾਨੂੰ ਕੀ ਕਹਿੰਦੇ? ਦੂਸਰੀ ਐਡ, ਆਪਣੇ ਦਿਲਾਂ ਵਿੱਚ ਸਾਨੂੰ ਥਾਂ ਦਿਓ। ਕ੍ਰਿੰਥ ਦੇ ਚਰਚ ਨੇ, ਉੱਥੇ ਦੀਆਂ ਲੋਕਾਂ ਨੇ ਆਪਣੇ ਦਿਲਾਂ ਨੂੰ ਸੰਤਾਂ ਤੋਂ ਮੋੜ ਲਿਆ ਸੀ। ਉਹ ਕਿੱਦਾਂ? ਸ਼ੈਤਾਨ ਬੜਾ ਹੁਸ਼ਿਆਰ ਆ। ਲੋਕਾਂ ਦਾ ਦਿਲ ਰੱਬ ਤੋਂ ਮੋੜਨ ਦੇ, ਲੋਕਾਂ ਦਾ ਦਿਲ ਚਰਚ ਤੋਂ ਵੀ ਮੋੜਨ ਦੇ ਲਈ। ਕ੍ਰਿੰਥੀਅਨ ਦੇ ਲੋਕਾਂ ਦੇ ਵਿੱਚ ਉਹ ਲੋਕੀ ਆ ਵਸੇ ਸੀ ਜਿਹਨੂੰ ਬਾਈਬਲ ਝੂਠੇ ਭਰਾ ਕਹਿੰਦੇ ਆ ਜਾਂ ਝੂਠੀਆਂ ਭੈਣਾਂ।
ਜਾਂ ਝੂਠੇ ਵਿਸ਼ਵਾਸੀ ਜਿਹੜੇ ਕਹਿੰਦੇ ਅਸੀਂ ਰੱਬ ਦੇ ਲੋਕ ਆ, ਪਰ ਉਹ ਰੱਬ ਦੇ ਨਹੀਂ, ਉਹ ਸ਼ੈਤਾਨ ਵੱਲੋਂ ਭੇਜੇ ਜਾਂਦੇ ਆ ਚਰਚ ਦੇ ਵਿੱਚ ਲੜਾਈ ਝਗੜਾ ਜੁਦਾਈ ਪੈਦਾ ਕਰਨ ਨੂੰ। ਸੋ ਕਰਿੰਥ ਦਾ ਵੀ ਇਹੀ ਹਾਲ ਸੀ, ਤੇ ਕਈ ਝੂਠੇ ਪੈਗੰਬਰ ਸੀ, ਕਈ ਝੂਠੇ ਰਸੂਲ ਸੀਗੇ, ਕਈ ਝੂਠੇ ਭੈਣ ਭਰਾ ਸੀਗੇ, ਅਤੇ ਉਹਨੀ ਗੱਲਾਂ ਦੇ ਨਾਲ ਕਰਿੰਥੀਅਨ ਲੋਕਾਂ ਦਾ ਦਿਲ ਸੰਤਾਂ ਦੇ ਖਿਲਾਫ ਕਰ ਦਿੱਤਾ। ਤੁਸੀਂ ਜਿੱਦਾਂ ਜਾਣਦੇ ਨਹੀਂ, ਸੰਤਾਂ ਦੀ ਮਸ਼ਕਰੀ ਵੀ ਕੀਤੀ, ਦੇਖਣ ਨੂੰ ਤਾਂ ਉਦਾਂ ਹੀ ਲੱਗਦਾ ਕਮਜ਼ੋਰ ਜਿਹਾ, ਪਰ ਉਹਦੇ ਲਫ਼ਜ਼ ਹੈਗੇ ਬੜੇ ਤਕੜੇ। ਉਹਨੇ ਆਮ ਖੁੱਲੀ ਉਹਦੀ ਬੇਇੱਜ਼ਤੀ ਕੀਤੀ। ਸੰਤ ਜੀ ਕਹਿੰਦੇ ਕਿ ਤੁਸੀਂ ਸਾਨੂੰ ਆਪਣੇ ਜਗ੍ਹਾ ਦਿਓ ਆਪਣੇ ਦਿਲ ਦੇ ਵਿੱਚ, ਅਸੀਂ ਤੁਹਾਡੇ ਦੁਸ਼ਮਣ ਨਹੀਂ। ਉਹ ਕਰਿੰਥੀਅਨ ਨੂੰ ਲਿਖਦਾ, ਕਿਉਂਕਿ ਸੰਤ ਪੌਲ ਕਰਿੰਥੀਅਨ ਦੇ ਚਰਚ ਨੂੰ ਇਸ ਤਰ੍ਹਾਂ ਦੇਖਦਾ ਜਿਸ ਤਰ੍ਹਾਂ ਉਹਦੇ ਬੱਚੇ ਆ, ਉਹਦੇ ਆਤਮਿਕ ਬੱਚੇ, ਉਹ ਉਹਨਾਂ ਦਾ ਬਾਪ ਆ। ਸਮਾਂ ਕਿ ਇੱਕ ਜਗ੍ਹਾ ਸੰਤਾਂ ਨੇ ਕਿਹਾ ਸੀ ਕਿ ਹੋ ਸਕੇ ਤੁਹਾਡੇ ਕਈ ਉਸਤਾਦ ਹੋਣ, ਤੁਹਾਡੇ ਆਪਣੇ ਕਈ ਰਸੂਲ ਹੋਣ, ਤੁਹਾਡੇ ਆਪਣੇ ਕਈ ਪੈਗੰਬਰ ਹੋਣ, ਪਰ ਤੁਹਾਡਾ ਬਾਪ ਥੋੜੇ ਆ। ਸੰਤ ਕਹਿੰਦਾ ਰੱਬ ਦੇ ਵਿੱਚ ਮੈਂ ਤੁਹਾਡਾ ਬਾਪ ਆ। ਜਿਸ ਤਰ੍ਹਾਂ ਬਾਪ ਆਪਣੇ ਬੱਚੇ ਦੀ ਪਰਵਾਹ ਕਰਦਾ, ਉਹਦਾ ਮੈਂ ਤੁਹਾਡੀ ਪਰਵਾਹ ਕਰਦਾ। ਸੰਤ ਜੀ ਕਹਿੰਦੇ ਆਪਣੇ ਦਿਲਾਂ ਵਿੱਚ ਸਾਨੂੰ ਜਗ੍ਹਾ ਦਿਓ, ਅਸੀਂ ਤੁਹਾਡੇ ਦੁਸ਼ਮਣ ਨਹੀਂ ਹਾਂ, ਅਸੀਂ ਕੋਈ ਗਲਤ ਹੀ ਕੰਮ ਨਹੀਂ ਕੀਤਾ। ਤੁਸੀਂ ਕਾਹਦੇ ਲਈ ਆਪਣਾ ਦਿਲ ਕਰਿੰਥੀਅਨ ਬੰਦ ਕਰ ਲਿਆ? ਉਹ ਪਿਆਰ, ਉਹ ਸ਼ਰਧਾ, ਉਹ ਜੋਸ਼ ਜਿਹੜੇ ਇੱਕ ਸਮੇਂ ਤੁਹਾਡੇ ਵਿੱਚ ਸੀ ਕਰਿੰਥੀਅਨ, ਉਹ ਕਿੱਥੇ ਗਿਆ? ਉਹ ਪਿਆਰ ਕਿੱਥੇ ਗਿਆ? ਉਹ ਦੋਸ਼, ਸਾਡੇ ਲਈ ਚਾਹ, ਉਹ ਕਿੱਥੇ ਗਿਆ? ਸੰਤ ਜੀ ਕਹਿੰਦੇ ਆਪਣੇ ਦਿਲਾਂ ਵਿੱਚ ਸਾਨੂੰ ਥਾਂ ਦਿਓ। ਕਿਸੇ ਉੱਤੇ ਅਸੀਂ ਅਨਿਆਏ ਨਹੀਂ ਕੀਤਾ, ਅਸੀਂ ਕੋਈ ਬੁਰਾ ਕੰਮ ਨਹੀਂ ਕੀਤਾ। ਸੰਤ ਜੀ ਕਹਿੰਦੇ ਅਗਰ ਅਸੀਂ ਗਲਤ ਕੀਤਾ ਸਾਨੂੰ ਦੱਸੋ, ਕਿਹੜੀ ਚੀਜ਼ ਤੋਂ ਤੁਸੀਂ ਆਪਣਾ ਮੂੰਹ ਅਲੱਗ ਕੀਤਾ, ਦਿਲਾਂ ਨੂੰ ਬੰਦ ਕੀਤਾ। ਸੰਤ ਜੀ ਕਹਿੰਦੇ ਅਸੀਂ ਅਨਿਆਏ ਨਹੀਂ ਕੀਤਾ, ਕਿਸੇ ਨੂੰ ਵਿਗਾੜਿਆ ਨਹੀਂ, ਕਿਸੇ ਤੋਂ ਲਾਹਾ ਨਹੀਂ ਕੱਢਿਆ, ਕਿਸੇ ਨੂੰ ਅਸੀਂ ਵਰਤਿਆ ਨਹੀਂ, ਵਿਗਾੜਿਆ ਨਹੀਂ। ਮਤਲਬ ਅਸੀਂ ਕਿਸੇ ਨੂੰ ਗਲਤ ਸਿੱਖਿਆ ਨਹੀਂ ਦਿੱਤੀ ਰੱਬ ਦੀ, ਅਸੀਂ ਰੱਬ ਦੀ ਸੱਚੀ ਸਿੱਖਿਆ ਦੇ ਵਿੱਚ ਖੜੇ ਰਹੇ, ਕਿਸੇ ਨੂੰ ਅਸੀਂ ਵਿਗਾੜਿਆ ਨਹੀਂ, ਰੱਬ ਤੋਂ ਅਲੱਗ ਨਹੀਂ ਕੀਤਾ। ਸੰਤ ਜੀ ਕੀ ਕਹਿੰਦੇ, ਕਹਾਂ ਇਹ ਤਾਂ ਮੈਂ ਦੋਸ਼ ਲਾਉਣ ਨੂੰ ਨਹੀਂ ਆਖਦਾ। ਸੰਤ ਕਹਿੰਦਾ ਮੈਂ ਤੁਹਾਡੇ ਵੱਲ ਉਂਗਲੀ ਨਹੀਂ ਕਰਦਾ, ਇਹ ਗੱਲਾਂ ਮੈਂ ਦੋਸ਼ੀ ਬਣਾਉਣ ਲਈ ਨਹੀਂ ਆਖਦਾ। ਕਿਉਂ ਜੋ ਮੈਂ ਅੱਗੇ ਹੀ ਕਿਹਾ ਭਈ ਅਸੀਂ ਤੁਹਾਡਿਆਂ ਹਿਰਦਿਆਂ ਵਿੱਚ ਹੋ, ਭਈ ਸਾਡਾ ਮਰਨ ਜੀਵਨ ਇਕੱਠਾ ਹੋਵੇ। ਸੰਤ ਕੀ ਕਹਿੰਦਾ ਕਿ ਤੁਸੀਂ ਤਾਂ ਦਿਲਾਂ ਵਿੱਚ ਆ ਕਿ ਅਸੀਂ ਤੁਹਾਡੇ ਨਾਲ ਮਰਨ ਤੇ ਜੀਣ ਨੂੰ ਵੀ ਤਿਆਰ ਆ, ਕਿ ਤੁਹਾਡੇ ਜਿਹੜੇ ਖਿਆਲ ਆ ਮੇਰੇ ਬਾਰੇ ਉਹ ਗਲਤ ਆ। ਸੰਤ ਜੀ ਕਹਿੰਦੇ ਤੁਸੀਂ ਨਾ ਲੋਕਾਂ ਦੀਆਂ ਗੱਲਾਂ 'ਚ ਆ ਗਿਆ, ਇਹਨਾਂ ਲੋਕਾਂ ਦੇ ਪ੍ਰਭਾਵ ਵਿੱਚ ਸੱਚਾਈ ਸੁਣੀ ਨਹੀਂ, ਝੂਠ ਨੂੰ ਮੰਨ ਲਿਆ। ਜਦ ਅਸੀਂ ਮੈਕੇਡੋਨੀਆ ਵਿੱਚ ਆਏ ਤਦ ਵੀ ਸਾਡੇ ਸਰੀਰ ਨੂੰ ਕੁਝ ਚੈਨ ਨਹੀਂ ਮਿਲਿਆ। ਸੰਤਾਂ ਦੇ ਦੁੱਖ ਦਿਨ ਰਾਤ ਸੀ। ਇਹ ਮੈਕੇਡੋਨੀਆ ਗ੍ਰੀਸ ਦੇ ਵਿੱਚ ਆ। ਕਹਿੰਦਾ ਮੈਂ ਮੈਕੇਡੋਨੀਆ ਪਹੁੰਚਿਆ, ਉੱਥੇ ਚਰਚ ਸੀਗਾ ਮੈਸੇਡੋਨੀਆ 'ਚ, ਪਰ ਉਹਦੇ ਦਿਲ ਨੂੰ ਚੈਨ ਨਹੀਂ ਮਿਲਿਆ ਕਿਉਂਕਿ ਉਸਨੇ ਟਾਈਟਸ ਨੂੰ ਭੇਜਿਆ ਸੀ ਕਰਿੰਥ ਦੇ ਵਿੱਚ। ਸੰਤ ਜੀ ਦਿਨ ਰਾਤ ਫਿਕਰਾਂ ਸੀ ਕਿ ਕਿਆ ਕਰਿੰਥੀਅਨ ਚਰਚ ਵਾਲੇ ਬਦਲੇ, ਜਿਹੜੀ ਉਹਨੇ ਪਹਿਲਾਂ ਚਿੱਠੀ ਲਿਖੀ ਸੀ, ਕਿਆ ਉਹਨਾਂ ਵਿੱਚ ਬਦਲਾਵ ਆਇਆ, ਜਾਂ ਕਿਆ ਸੀ ਉਹਨਾਂ ਨੂੰ ਗਵਾ ਬੈਠੇ, ਜਾਂ ਕਿਆ ਉਹ ਰੱਬ ਤੋਂ ਦੂਰ ਜਾ ਰਹੇ ਗਲਤ ਸਿੱਖਿਆ ਵੱਲ। ਸੰਤ ਜੀ ਦਿਨ ਰਾਤ ਫਿਕਰਾਂ ਸੀ। ਜਦ ਤੱਕ ਟਾਈਟਸ ਆ ਕੇ ਸੁਨੇਹਾ ਨਹੀਂ ਦਿੰਦਾ ਕਿ ਕੀ ਹੋ ਰਿਹਾ ਕਰਿੰਥੀਅਨ ਚਰਚ ਦੇ ਵਿੱਚ। ਅੱਜ ਅਸੀਂ ਰੱਬ ਦਾ ਧੰਨਵਾਦ ਕਰਦੇ, ਸਾਡੇ ਕੋਲ ਜਾਣੀ ਕਿ ਟੈਲੀਫੋਨ ਆ, ਮੋਬਾਈਲ ਆ, ਅਸੀਂ ਜਦੋਂ ਮਰਜੀ ਟੈਲੀਫੋਨ ਕਰਕੇ ਇੱਕ ਦੂਸਰੇ ਦਾ ਪਤਾ ਕਰ ਸਕਦੇ। ਪਰ ਉਹਨਾਂ ਦਿਨਾਂ ਦੇ ਵਿੱਚ ਨਾ ਫੋਨ ਸੀ ਨਾ ਮੋਬਾਈਲ ਸੀ, ਕਈ ਵਾਰੀ ਖਬਰ ਪਹੁੰਚਣ ਨੂੰ ਮਹੀਨੇ ਹੀ ਲੱਗ ਜਾਂਦੇ ਸੀ। ਤਾਂ ਸੰਤ ਜੀ ਫਿਕਰਾਂ 'ਚ ਕੀ ਹੋਇਆ, ਕਿਆ ਕਰਿੰਥੀਅਨ ਦੇ ਚਰਚ ਦੇ ਲੋਕ ਸੁਧਰੇ, ਕਿਆ ਉਹ ਰੱਬ ਵੱਲ ਮੁੜੇ, ਕਿਆ ਉਹਨਾਂ ਦਾ ਦਿਲ ਸੰਤਾਂ ਲਈ ਖੁੱਲਿਆ ਆ ਕਿ ਹਜੇ ਵੀ ਉਹਨਾਂ ਦੇ ਦਿਲ ਦੇ ਵਿੱਚ ਵੈਰ ਭਾਵ ਤੇ ਨਫ਼ਰਤ ਆ। ਸੰਤ ਜੀ ਬੇਚੈਨ ਆ। ਮੈਸੇਡੋਨੀਆ ਵਿੱਚ ਕੀ ਕਿਹਾ, ਜਦ ਅਸੀਂ ਮੈਸੇਡੋਨੀਆ ਵਿੱਚ ਆਏ ਤਦ ਵੀ ਸਾਡੇ ਸਰੀਰ ਨੂੰ ਕੁਝ ਚੈਨ ਨਹੀਂ ਸੀ, ਸਗੋਂ ਅਸੀਂ ਹਰ ਪਾਸਿਓਂ ਦੁੱਖਾਂ ਵਿੱਚ ਪਏ ਸਾਂ। ਬਾਹਰੋਂ ਝਗੜੇ ਅੰਦਰੋਂ ਧੜਕੇ, ਅੰਗਰੇਜ਼ੀ ਬਾਈਬਲ ਕਹਿੰਦੀ ਆ ਬਾਹਰੋਂ ਝਗੜੇ ਅੰਦਰ ਡਰ। ਸੋ ਜੇ ਸੰਤ ਕਹਿੰਦਾ ਬਾਹਰੋਂ ਝਗੜੇ ਕਿੱਥੋਂ, ਕਿਹਦੇ ਵੱਲੋਂ?
ਜਿਹੜੇ ਚਰਚ ਦੇ ਦੁਸ਼ਮਣ ਸੀ, ਖਾਸ ਕਰਕੇ ਯਹੂਦੀ, ਜਿਹੜੇ ਜੀਸਸ ਦੀ ਖੁਸ਼ਖਬਰੀ ਦੇ ਖਿਲਾਫ ਸੀ, ਉਹ ਸੰਤਾਂ ਲਈ ਕਈ ਵਾਰੀ ਝਗੜੇ ਪੈਦਾ ਕੀਤੇ। ਝਗੜੇ ਤਾਂ ਇੱਕ ਪਾਸੇ, ਕਈ ਵਾਰੀ ਉਹਦੇ ਪੱਥਰ ਵੀ ਮਰਵਾਏ। ਅਤੇ ਯਹੂਦੀ ਸੰਤ ਪੌਲ ਦੇ ਖਿਲਾਫ ਉੱਠੇ, ਕਿਉਂਕਿ ਉਹ ਜੀਸਸ ਦਾ ਪ੍ਰਚਾਰ ਕਰ ਰਿਹਾ ਸੀ। ਸਿਰਫ ਯਹੂਦੀ ਨਹੀਂ, ਬਾਹਰਲੀਆਂ ਕੌਮਾਂ ਵੀ, ਕਿ ਜਦੋਂ ਵੀ ਜੀਸਸ ਦਾ ਪ੍ਰਚਾਰ ਹੁੰਦਾ ਦੁੱਖ ਤਕਲੀਫ ਜ਼ਰੂਰ ਆਉਂਦਾ। ਸੰਤ ਕਹਿੰਦਾ ਬਾਹਰੋਂ ਝਗੜੇ, ਅੰਦਰੋਂ ਡਰ। ਡਰ ਹਰ ਰੋਜ਼ ਉਹਨੂੰ ਚਰਚਾਂ ਦਾ ਫਿਕਰ ਸੀ, ਝੂਠੇ ਵਿਸ਼ਵਾਸੀਆਂ ਦਾ ਜੋ ਚਰਚ ਦੇ ਅੰਦਰ ਆ ਬੜੇ ਸੀ, ਕਿਉਂਕਿ ਸ਼ੈਤਾਨ ਹਮੇਸ਼ਾ ਆਪਣੇ ਏਜੰਟ ਭੇਜੂਗਾ। ਉਹਨਾਂ ਯਹੂਦੀਆਂ ਦਾ ਡਰ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਅਸੀਂ ਕ੍ਰਿਸਚਨ ਹਾਂ, ਪਰ ਚਰਚ ਜਾ ਕੇ ਉਹ ਕ੍ਰਿਸਚਨ ਤਾਂ ਜਿਹੜਾ ਯਹੂਦੀਆਂ ਦਾ ਧਰਮ ਆ ਮਿਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਤਕਰੀਬਨ ਹਰੇਕ ਚਰਚ ਨੂੰ ਅਸੀਂ ਦੇਖਦੇ ਆ ਤਕਲੀਫਾਂ ਵਿੱਚ ਸੀ, ਦੁੱਖਾਂ 'ਚ। ਗਲੇਸ਼ੀਆ ਦੇ ਚਰਚ ਬਾਰੇ ਪੜ੍ਹਦੇ ਆ ਕਿ ਸੰਤ ਹੈਰਾਨ ਆ, ਚਿੱਠੀ ਲਿਖਦਾ ਕਿ ਇੰਨੀ ਜਲਦੀ ਤੁਸੀਂ ਜੀਸਸ ਤੋਂ ਮੁੜ ਗਏ। ਗਲੇਸ਼ੀਅਨ ਕਿੱਥੇ ਮੁੜੇ? ਉਹ ਪਾਪਾ ਵੱਲ ਨਹੀਂ ਮੁੜੇ, ਬਲਕਿ ਪੁਰਾਣੇ ਨੇਮ ਵੱਲ। ਕਿਉਂਕਿ ਇਹ ਜਿਹੜੇ ਯਹੂਦੀ ਜੀਸਸ ਨੂੰ ਮੰਨਦੇ ਸੀ, ਉਹ ਗਲਤ ਸਿੱਖਿਆ ਲੈ ਕੇ ਆਏ। ਉਹ ਕਹਿੰਦੇ ਜਦ ਤੱਕ ਤੁਸੀਂ ਖਤਨਾ ਨਹੀਂ ਕਰਦੇ, ਚਾਹੇ ਬਪਤਿਸਮਾ ਲਿਆ, ਤੁਸੀਂ ਸਵਰਗ ਨੂੰ ਨਹੀਂ ਜਾ ਸਕਦੇ। ਜਦ ਤੱਕ ਤੁਸੀਂ ਆਹ ਜਾਂ ਫਲਾਨਾ ਦਿਨ ਪਵਿੱਤਰ ਨਹੀਂ ਰੱਖਦੇ, ਸਵਰਗ ਨੂੰ ਨਹੀਂ ਜਾ ਸਕਦੇ। ਤਾਂ ਸੰਤਾਂ ਨੂੰ ਹਮੇਸ਼ਾ ਡਰ ਸੀ ਕਿ ਉਹਨੇ ਇੰਨੀ ਮਿਹਨਤ ਕੀਤੀ, ਦਿਨ ਰਾਤ ਦੁੱਖ ਭੋਗੇ, ਲੋਕਾਂ ਨੂੰ ਪ੍ਰਚਾਰ ਦਿੱਤਾ, ਰੱਬ ਦੇ ਕੋਲ ਲਿਆਂਦਾ, ਰੱਬ ਦੇ ਵਿੱਚ ਉਹਨਾਂ ਨੂੰ ਪਾੜਿਆ। ਉਹਨੂੰ ਫਿਕਰ ਸੀ ਕਿਤੇ ਇਹ ਚਰਚ ਹੁਣ ਸਾਰੇ ਪਿੱਛੇ ਨੂੰ ਨਾ ਚਲੇ ਜਾਣ। ਤਾਂ ਹੀ ਤੁਸੀਂ ਦੇਖੋਗੇ ਤਕਰੀਬਨ ਹਰੇਕ ਚਰਚ 'ਚ ਸੰਤ ਪੌਲ ਜਦੋਂ ਚਿੱਠੀ ਲਿਖਦਾ ਸੁਧਾਰਦਾ, ਕਿਉਂਕਿ ਗਲਤ ਲੋਕ ਆ ਪਿਆ ਸੀ ਗਲਤ ਸਿੱਖਿਆ ਵੱਲ ਲੈ ਕੇ। ਸੋ ਅੰਦਰੋਂ ਉਹਨੂੰ ਇਹ ਡਰ, ਚਰਚਾਂ ਦਾ ਡਰ, ਕਿ ਚਰਚ ਖੁਰਾਹੇ ਨਾ ਪੈ ਜਾਵੇ, ਲੋਕਾਂ ਵਿੱਚ ਝੂਠੀ ਸਿੱਖਿਆ ਨਾ ਆਵੇ। ਜਿਹੜੀ ਜੀਸਸ ਦੀ ਸਿੱਖਿਆ ਉਹਦੇ ਵਿੱਚ ਲੋਕੀ ਮਿਲਾਵਟ ਨਾ ਪਾਣ, ਬਲਕਿ ਉਹਦੀ ਸਿੱਖਿਆ ਨੂੰ ਸਹੀ ਤੇ ਪਵਿੱਤਰ ਰੱਖਣ। ਫਿਰ ਅਸੀਂ ਗਾਹਾਂ ਪੜ੍ਹਦੇ ਹਾਂ, ਸੰਤ ਜੀ ਕੀ ਕਹਿੰਦੇ ਆ, ਚੌਥੀ ਐਦ, ਫਿਰ ਤੋਂ ਤੁਹਾਡੇ ਉੱਤੇ ਮੇਰਾ ਬਹੁਤ ਭਰੋਸਾ ਹੈ। ਅਸੀਂ ਇਹ ਐਦ ਪੜ੍ਹੀ ਨਹੀਂ, ਜਦੋਂ ਸੰਤ ਜੀ ਕਹਿੰਦੇ ਕਿ ਸਾਡੇ ਹਿਰਦਿਆਂ ਵਿੱਚ ਆ ਭਈ ਸਾਡਾ ਮਕਸਦ ਤੁਹਾਡੇ ਲਈ ਜੀਣਾ, ਤੁਹਾਡੇ ਨਾਲ ਮਰਨਾ ਚਾਹੁੰਦੇ ਆ। ਸੰਤ ਕਹਿੰਦਾ ਮੈਨੂੰ ਹਜੇ ਵੀ ਤੁਹਾਡੇ ਤੇ ਯਕੀਨ ਆ ਕਿ ਤੁਸੀਂ ਮੇਰਾ ਕਹਿਣਾ ਮੰਨੋਗੇ, ਜੋ ਮੈਂ ਕਿਹਾ ਕਰੋਗੇ। ਮੈਂ ਆਪਣਾ ਯਕੀਨ ਤੁਹਾਤੋਂ ਨਹੀਂ ਗਵਾਇਆ, ਮੇਰਾ ਹਜੇ ਵੀ ਭਰੋਸਾ ਤੁਹਾਡੇ ਵਿੱਚ। ਤੁਹਾਡੇ ਬਾਰੇ ਮੇਰਾ ਬਹੁਤ ਅਭਿਮਾਨ ਆ, ਮੈਂ ਤਾਂ ਅਭਿਮਾਨ ਕਰਦਾ, ਮਾਣ ਕਰਦਾ ਤੁਹਾਡੇ ਤੇ। ਸੰਤ ਕਹਿੰਦੇ ਮੈਂ ਦਿਲਾਸੇ ਨਾਲ ਭਰਿਆ ਹੋਇਆ ਆ, ਮੈਂ ਆਪਣੇ ਤੁਹਾਡੇ ਹਰ ਦੁੱਖ ਵਿੱਚ ਬਹੁਤ ਖੁਸ਼ੀ ਹਾਂ। ਦਿਲਾਸਾ ਗੱਲ ਕਰ ਰਿਹਾ ਕਿ ਗਾਹਾਂ ਉਹਨੂੰ ਸੁਨੇਹਾ ਮਿਲ ਰਿਹਾ ਟਾਈਟਸ ਤੋਂ ਕਿ ਉਹ ਚਰਚ ਕਾਫੀ ਸੁਧਰ ਗਿਆ। ਸਮਾਂ ਕਿ ਟਾਈਟਸ ਵੀ ਹੈਰਾਨ ਹੋਇਆ ਚਰਚ ਵੱਲ ਦੇਖ ਕੇ। ਤਾਂ ਹੀ ਸੰਤ ਕਹਿੰਦਾ ਕਿ ਮੈਨੂੰ ਭਰੋਸਾ ਤੁਹਾਡੇ ਤੇ, ਮੈਨੂੰ ਯਕੀਨ ਆ, ਮੈਨੂੰ ਦਿਲਾਸਾ ਮਿਲ ਚੁੱਕਾ। 6ਵੀਂ ਅਧ ਹੁਣ ਅਸੀਂ ਪੜ੍ਹਦੇ ਹਾਂ, ਤਾਂ ਵੀ ਬਾਹਰੋਂ ਝਗੜੇ ਅੰਦਰੋਂ ਧੜਕੇ, ਤਾਂ ਵੀ ਉਸਨੇ ਜਿਹੜਾ ਅਧੀਨਾ ਨੂੰ ਦਿਲਾਸਾ ਦੇਣ ਵਾਲਾ ਹੈ, ਅਰਥਾਤ ਪਰਮੇਸ਼ਵਰ ਨੇ ਟਾਈਟਸ ਦੇ ਆਉਣ ਕਰਕੇ ਸਾਨੂੰ ਦਿਲਾਸਾ ਦਿੱਤਾ। ਪਰਮੇਸ਼ਵਰ ਜਾਣਦਾ ਕਿੱਦਾਂ ਦਿਲਾਸਾ ਦੇਣਾ। ਕਈ ਵਾਰੀ ਜਦੋਂ ਅਸੀਂ ਡਿੱਗ ਪੈਂਦੇ ਹਾਂ, ਕਈ ਵਾਰੀ ਸਾਡਾ ਵਿਸ਼ਵਾਸ ਵੀ ਥੋੜੇ ਚਿਰ ਲਈ ਖੋ ਜਾਂਦਾ, ਆਸ ਚਲੇ ਜਾਂਦੀ ਆ, ਪਰ ਕਿਤੋਂ ਪਰਮੇਸ਼ਵਰ ਦਿਲਾਸਾ ਦਿੰਦਾ। ਉਹਦਾ ਦਿਲਾਸਾ ਫੇਰ ਵੀ ਕਿਤੇ ਨਾ ਕਿਤੋਂ ਆ ਜਾਂਦਾ ਆ। ਸੰਤ ਜੀ ਵੀ ਦੁੱਖਾਂ ਵਿੱਚ ਸੀ, ਡਰ ਦੇ ਵਿੱਚ ਸੀ, ਕੀ ਬਣੂਗਾ, ਕੀ ਹੋਊਗਾ। ਟਾਈਟਸ ਗਿਆ ਆ ਕਰਿੰਥ ਨੂੰ, ਕਿਹੜਾ ਸੁਨੇਹਾ ਲੈ ਕੇ ਆਊਗਾ, ਕਿਆ ਉਹਦਾ ਸੁਨੇਹਾ ਚੰਗਾ ਹੋਊਗਾ ਕਿ ਅਸੀਂ ਉਹਨਾਂ ਲੋਕਾਂ ਨੂੰ ਗਵਾ ਚੁੱਕੇ ਹਾਂ। ਪਰ ਇੱਥੇ ਸੰਤ ਜੀ ਕਹਿੰਦਾ ਕਿ ਰੱਬ ਜਾਣਦਾ ਕਿੱਦਾਂ ਦਿਲਾਸਾ ਦੇਣਾ, ਕਿ ਰੱਬ ਜਾਣਦਾ ਮੈਂ ਕਿੱਦਾਂ ਦੁੱਖਾਂ 'ਚ, ਬੋਝ, ਡਿਪਰੈਸ਼ਨ 'ਚ ਜਾ ਰਿਹਾ ਸੀ। ਪਰ ਜਦੋਂ ਟਾਈਟਸ ਆਇਆ, ਰੱਬ ਨੇ ਟਾਈਟਸ ਦੇ ਰਾਹੀਂ, ਉਸ ਭਰਾ ਦੇ ਰਾਹੀਂ ਸਾਨੂੰ ਕਾਫੀ ਹੌਸਲਾ, ਦਿਲਾਸਾ ਦਿੱਤਾ। ਅਰਥਾਤ ਪਰਮੇਸ਼ਵਰ ਨੇ ਟਾਈਟਸ ਦੇ ਆਉਣ ਕਰਕੇ ਸਾਨੂੰ ਦਿਲਾਸਾ ਦਿੱਤਾ। ਨਿਵੇਂ ਉਸ ਦੇ ਆਉਣ ਕਰਕੇ ਨਹੀਂ, ਸਗੋਂ ਉਸ ਦਿਲਾਸੇ ਤੋਂ ਵੀ ਜਿਹੜਾ ਉਸ ਨੂੰ ਤੁਹਾਡੇ ਵਿੱਚ ਪ੍ਰਾਪਤ ਹੋਇਆ। ਸਾਨੂੰ ਤੁਹਾਡੀ ਲੋਚ, ਤੁਹਾਡਾ ਸੋਗ, ਤੁਹਾਡੀ ਅਣਖ ਦਾ ਜੋ ਮੇਰੇ ਲਈ ਹੈ ਸਮਾਚਾਰ ਦੱਸਿਆ, ਜਿਸ ਕਰਕੇ ਮੈਂ ਹੋਰ ਵੀ ਆਨੰਦ ਹੋਇਆ। ਸਿਰਫ ਉਹਦੇ ਆਉਣ ਕਰਕੇ ਨਹੀਂ ਮੈਂ ਖੁਸ਼ ਹੋਇਆ,
खुश मैं इस गल ते होया जिहड़ा वो सुनेहा लैके आया कि तुसीं किस तरह मेरे लिए लोचदे आ, हजे भी मैनूं प्यार करदे हो, कि तुहाडे दिल च हजे भी मेरे लिए मान इज्जत आ। संत जी कहते कि ये गल सुन के मैनूं होर ज़्यादा खुशी हुई कि तुसीं मैनूं भुल्ले नहीं आ, बल्कि साडे लिए तुसीं हजे भी लोचदे आ। सो संत जी कहाँ लिखदे, क्यों जो भावे मैं अपनी पत्री नाल तुहानूं उदास कीता तां भी मैं पछताउंदा नहीं। मैनूं पता नहीं, मैं पहला चिट्ठी लिखी वो थोड़ी सख्त चिट्ठी सी, पर मैं पछताउंदा नहीं हाँ। चंगा होया मैं इदां दी चिट्ठी तुहानूं लिखी, क्योंकि कई बारी भाजी भाजी करके काम नहीं बनता। तां जिहड़ी चिट्ठी उसने कुरिन्थियां नूं लिखी उन्हें भाजी भाजी करके नहीं लिखी, उन्होंने दस्सिया कित्थे गलत जा रहा है, उन्होंने दस्सिया सुधारन लई, उन्होंने दस्सिया फिर तो परमेश्वर वाल मुड़न लई। सो संत जी कहते कि चाहे मेरी चिट्ठी भारी सी मैं पछताना नहीं हाँ, सवा के चंगा होया मैं इदां दी चिट्ठी तुहानूं लिखी, सख्त चिट्ठी। संत जी की कहता, भावे मैं अपनी पत्री नाल तुहानूं उदास कीता, थोड़ा चिर तुसीं उदास रहे, तां भी मैं पछताउंदा नहीं। भावे मैं पहला पछताउंदा सां, क्यों जो मैं वेखदा हाँ जो उस पत्री ने तुहानूं उदास कीता सी, भावें थोड़े चिर तक। पहला मैं भी पछतांदा सी किते मैं बहुत सख्त च नहीं चिट्ठी लिखती, यही ना हुण किते मेरी चिट्ठी सुन के होर पिछे भी चले जाण। कहता मैं भी पछतांदा सी कि मैं भी बहुत सख्त चिट्ठी लिखी है, पर कहता हुण नहीं मैं पछतांदा। संत जी कहना, क्यों जो मैं वेखदा उस पत्री ने तुहानूं उदास कीता सी, भावे थोड़े चिर तक। ओहदा मतलब जिहड़ी मेरी चिट्ठी सी तुसीं उदास होए पर थोड़े चिर तक। हुण मैं आनंद करदा हां इसलिए जो तुसीं उदास होए, सगों इसलिए जो तुहाडी उदासी दा फल तौबा होया। क्यों जो तुसीं परमेश्वर जोग उदास होए, भई सातों किसी गल विच तुहाडा नुकसान ना हो सके। सो संत जी कहंदा, मैं पहला पछताउंदा सी पर हुण नहीं, हुण मैं देखदा कि मेरी चिट्ठी ने कितना फायदा कीता, कि उस चिट्ठी नूं सुन के तुसीं उदास होए, पर यह उदासी जिहड़ी रब करके सी। तुसीं उदास होए तां मैं खुश हां, कद लेके तुसीं हुण रब वल मुड़े। उस उदासी ने, उस सोग ने तुहानूं रब दे कोल लिआंदा, इस करके हुण नहीं मैं पछतांदा। कादे लई तुसीं उदास होए, पर उदासी चंगी सी, उदासी और रब्बी सी। तुसीं रब लई उदास सी कि तुसीं की कर बैठे, किहड़े राह ते चलदे, अते तुसीं सिर्फ माफी नहीं मंगी बल्कि रब वल मुड़े। संत जी कहंदा, हुण मैं देखिया कि असीं तुहाडा किते नुकसान नहीं कीता, कि तुहाडा किस साडीआं गल्लां तो किते नुकसान नहीं होया, समझ के तुसीं रब कोल आए। संत की कहंदा, क्यों जो परमेश्वर जो उदासी मुक्ति लई अजिही तोबा पैदा करती है जिस तो कोई नहीं पछतांदा। जिहड़ी रब्बी उदासी आ, सही गल ते उदास होना, कली उदासी नहीं पर रब वाल मुड़ना तुहानूं मुक्ति दे राह ते लैके जाऊंगा। पर की कहंदा, पर संसार दी उदासी मौत पैदा करती है, पर जिहड़ी दुनिया की उदासी है, दुनिया दी चीज़ों लई उदास होना, वो मौत पैदा करती, थोड़े अंदर जिंदगी पैदा नहीं करती। उदासी ये नहीं कहना कि मैनू माफ कर दे, ये उदासी नहीं है, ये पछतावा नहीं है। बाइबल सानू यीशु बारे दसदी है, यीशु रोया, बहुत रोया, वो पछताया, क्योंकि यीशु जेठा पुत सी, आइजक दा जेठे पुत होने के नाते उन्होंने काफी फायदा पहुंचना सी। वो जेठा सी क्योंकि बाप की जो भी जायदाद है दोहरा हिस्सा जेठे नूं मिलदा। फिर जेठा जिहड़ा पुत आ वो अपने घराने का मुख्तियार या लीडर हुंदा, बजुर्ग अपने मतलब परिवार का। पर यीशु ने इन्हां चीज़ों नूं तुच्छ जानिया। यीशु ने की किया कि दिन खेतों तो आया, भुख लगी, भुख दे विच मरी जांदा, वो देखदा कि ओहदा भरा लाल दाल बना रहा,
ਆਪਣੇ ਭਰਾ ਨੂੰ ਕਹਿੰਦਾ ਕਿ ਮੈਨੂੰ ਇਹ ਦਾਲ ਦਾ ਪਿਆਲਾ ਦੇ। ਉਹਦਾ ਭਰਾ ਵੀ ਹੁਸ਼ਿਆਰ ਸੀ ਜੇਕਬ, ਕਹਿੰਦਾ ਮੈਂ ਦਊਂਗਾ। ਆਪਣਾ ਜਿਹੜਾ ਹਥਿਆਰ ਆ ਤੇਰਾ ਜੇਠੇ ਪੁੜੇ ਦਾ, ਉਹਦਾ ਮਤਲਬ ਦੋਹਰਾ ਹਿੱਸਾ ਮਿਲਣ ਦਾ, ਉਹ ਤੂੰ ਮੈਨੂੰ ਦੇ। ਰੱਬ ਮੋਰੇ ਤੂੰ ਵਾਅਦਾ ਕਰ। ਤਾਂ ਰੱਬ ਦੇ ਮੋਹਰੇ ਵਾਅਦਾ ਕਰਦਾ, ਕਹਿੰਦਾ ਮੈਂ ਕੀ ਲੈਣਾ, ਮੈਂ ਤਾਂ ਭੁੱਖ ਨਾ ਮਰ ਰਿਹਾ, ਮੈਨੂੰ ਕੀ ਜਾਣੀ ਕਿ ਜਾਇਦਾਦ ਦੇ ਨਾਲ, ਤਾਂ ਮੈਨੂੰ ਕੀ ਜੇਠੇ ਪੁੜੇ ਦੇ ਨਾਲ, ਮੈਂ ਤਾਂ ਮਰ ਰਿਹਾ ਆ। ਤਾਂ ਜੇਠਾ ਪੁੜਾ ਵੇਚਦਾ ਆਪਣੇ ਭਰਾ ਨੂੰ। ਪਰਮੇਸ਼ਵਰ ਮੋਹਰੇ ਉਸਨੇ ਸਹੁੰ ਖਾਦੀ ਕਿ ਆਪਣਾ ਜੇਠਾ ਪੁਣਾ ਆਪਣੇ ਭਰਾ ਜੇਕਬ ਨੂੰ ਦੇ ਰਿਹਾ। ਯਿਸੂ ਦੇ ਵਿੱਚ ਰੱਬ ਦਾ ਪਿਆਰ ਨਹੀਂ ਸੀ। ਯਿਸੂ ਆਪਣੇ ਮਾਪਿਆਂ ਦੇ ਪੂਰੇ ਕਹਿਣੇ ਦੇ ਵਿੱਚ ਵੀ ਨਹੀਂ ਸੀ। ਅਸੀਂ ਪੜ੍ਹਿਆ ਕਿ ਯਿਸੂ ਨੇ ਹਿੱਟੀਆਈਟ ਲੋਕ ਜਿਹੜੇ ਉਸ ਮੁਲਕ ਦੇ ਵਿੱਚ ਵਸਦੇ ਸੀ, ਉਹਨਾਂ ਦੀ ਔਰਤ ਨਾਲ ਵਿਆਹ ਕੀਤਾ, ਜਦੋਂ ਕਿ ਆਈਜ਼ਕ ਤੇ ਰਬੈਕਾ ਚਾਹੁੰਦੇ ਸੀ ਕਿ ਉਹਦਾ ਵਿਆਹ ਉਹਨਾਂ ਲੋਕਾਂ ਦੇ ਵਿੱਚ ਹੋਵੇ, ਉਹਨਾਂ ਦੇ ਲੋਕਾਂ 'ਚ। ਟਾਈਮ ਆਇਆ ਕਿ ਆਈਜ਼ਕ ਕਾਫੀ ਸਿਆਣਾ ਹੋ ਗਿਆ, ਅੱਖਾਂ ਉਹਦੀਆਂ ਕਮਜ਼ੋਰ ਹੋ ਗਈਆਂ। ਉਸਨੇ ਇੱਕ ਦਿਨ ਆਪਣੇ ਪੁੱਤ ਯਿਸੂ ਨੂੰ ਸੱਦਿਆ, ਕਿਉਂਕਿ ਅਸੀਂ ਦੇਖਦੇ ਪਰਿਵਾਰ ਦੇ ਵਿੱਚ ਫੁੱਟਿਆ ਯਿਸੂ ਪੇ ਦਾ ਪਿਆਰਾ, ਜੇਕਬ ਮਾਂ ਦਾ ਪਿਆਰਾ। ਉਸਨੇ ਆਪਣੇ ਪੁੱਤ ਯਿਸੂ ਨੂੰ ਸੱਦਿਆ, ਕਹਿੰਦਾ ਕਾਕਾ ਤੂੰ ਜਾ ਸ਼ਿਕਾਰ ਖੇਲ, ਕਿਉਂਕਿ ਯਿਸੂ ਸ਼ਿਕਾਰੀ ਸੀ। ਸੋਹਣਾ ਜਿਹਾ ਮਾंस ਮੇਰੇ ਲਈ ਬਣਾ, ਜਿਸ ਤਰ੍ਹਾਂ ਮੈਂ ਖਾਣਾ, ਮੈਂ ਖਾਊਂਗਾ, ਮੈਂ ਖੁਸ਼ ਹੋਊਂਗਾ, ਤਾਂ ਤੈਨੂੰ ਮੈਂ ਆਸ਼ੀਰਵਾਦ ਦਊਂ। ਮਾਂ ਰਬੈਕਾ ਸੁਣ ਲੈਂਦੀ ਹੈ ਬਾਪ ਕੀ ਕਹਿੰਦਾ। ਯਿਸੂ ਆਪਣੇ ਤੀਰ ਨੂੰ ਲੈ ਕੇ ਤੁਰ ਪੈਂਦਾ, ਤੀਰ ਕਮਾਨ ਦੇ ਨਾਲ ਸ਼ਿਕਾਰ ਖੇਲਣ ਚਲ ਜਾਂਦਾ। ਉਧਰੋਂ ਜੇਕਬ ਦੀ ਮਾਂ ਜੇਕਬ ਨੂੰ ਕਹਿੰਦੀ ਗੱਲ ਸੁਣ, ਤੂੰ ਯਿਸੂ ਬਣ ਕੇ ਆਪਣੇ ਬਾਪ ਤੋਂ ਆਸ਼ੀਰਵਾਦ ਲੈ ਲਾ। ਤਾਂ ਜੇਕਬ ਕਹਿੰਦਾ ਨਹੀਂ, ਅਗਰ ਮੈਂ ਫੜਿਆ ਗਿਆ ਆਸ਼ੀਰਵਾਦ ਦੀ ਜਗ੍ਹਾ ਸਰਾਫ ਮੇ ਤੇ ਆਉਂ। ਉਹਦੀ ਮਾਂ ਕਹਿੰਦੀ ਨਹੀਂ, ਮੇਰੇ ਤੇ ਸਰਾਫ ਆਵੇ, ਤੇਰੇ ਤੇ ਨਹੀਂ। ਯਿਸੂ ਦੇ ਕੱਪੜੇ ਪਾ ਲਾ, ਉਹਨੂੰ ਦਿਸਦਾ ਨਹੀਂ, ਜਦੋਂ ਸੁੰਘੂਗਾ ਉਹਨੂੰ ਯਿਸੂ ਦੀ ਬੋ ਆਉਂ। ਹੱਥਾਂ ਤੇ ਚਮੜਾ ਬੰਨ ਲਾ ਜਿਹਦਾ ਯਿਸੂ ਬਣਦਾ, ਕਿਉਂਕਿ ਯਿਸੂ ਦਾ ਸਰੀਰ ਬਾਲਾਂ ਨਾਲ ਭਰਿਆ ਸੀ। ਤਾਂ ਮੈਂ ਖਾਣਾ ਤਿਆਰ ਕਰਦੀ, ਮੈਂ ਜਾਣਦੀ ਕਿ ਤੇਰਾ ਬਾਪੂ ਕਿੱਦਾਂ ਦਾ ਖਾਣਾ ਪਸੰਦ ਕਰਦਾ, ਤਾਂ ਤੂੰ ਲੈ ਜਾ ਤੇ ਆਪਣੇ ਬਾਪ ਤੋਂ ਆਸ਼ੀਰਵਾਦ ਲੈ ਲੈ। ਰਬੈਕਾ ਜਿਸ ਤਰ੍ਹਾਂ ਆਸ਼ੀਰਵਾਦ ਲੈਣ ਲਈ ਆਪਣੇ ਪੁੱਤ ਨੂੰ ਕਿਹਾ, ਇਹ ਗਲਤ ਸੀ। ਪਰ ਜੇਕਬ ਨੇ ਆਸ਼ੀਰਵਾਦ ਚੋਰੀ ਨਹੀਂ ਕੀਤੀ। ਕਈ ਲੋਕੀ ਕਹਿੰਦੇ ਚੋਰੀ ਨਹੀਂ ਕੀਤੀ, ਕਿਉਂਕਿ ਭਵਿੱਖਬਾਣੀ ਸੀ ਕਿ ਜਦੋਂ ਰਬੈਕਾ ਗਰਭਵਤੀ ਹੋਈ ਤਾਂ ਰੱਬ ਦੇ ਬੰਦੇ ਕੋਲ ਗਈ, ਤਾਂ ਰੱਬ ਕਹਿੰਦਾ ਕਿ ਤੇਰੇ ਅੰਦਰ ਦੋ ਦੇਸ਼ ਆ, ਦੋ ਲੋਕ, ਕਿ ਜਿਹੜਾ ਬੜਾ ਆ ਉਹ ਛੋਟੇ ਦੇ ਥੱਲੇ ਹੋਂ, ਜਿਹੜਾ ਛੋਟਾ ਆ ਉਹ ਬੜੇ ਉੱਤੇ ਰਾਜ ਕਰੂ। ਉਹਦਾ ਮਤਲਬ ਪਰਮੇਸ਼ਵਰ ਬੜੇ ਨੂੰ ਨਹੀਂ ਚਾਹੁੰਦਾ। ਰਵਾਜ ਆ ਬੜੇ ਨੂੰ ਚੁਣਨਾ, ਬੜਾ ਜੇਠਾ ਆ, ਛੋਟਾ ਨਹੀਂ, ਉਹ ਨਿੱਕਾ ਆ। ਪਰ ਰੱਬ ਕਹਿੰਦਾ ਨਹੀਂ, ਜੇਠਾ ਨਹੀਂ, ਮੈਨੂੰ ਨਿੱਕਾ ਚਾਹੀਦਾ, ਉਹਨੂੰ ਮੈਂ ਚੁਣਿਆ। ਆਈਜ਼ਕ ਨੂੰ ਵੀ ਪਤਾ ਸੀ ਕਿ ਰੱਬ ਕੀ ਚਾਹੁੰਦਾ, ਕਿਉਂਕਿ ਰੱਬ ਦੇ ਬੰਦੇ ਨੇ ਦੱਸਿਆ। ਰਬੈਕਾ ਨੇ ਜਾ ਕੇ ਦੱਸਿਆ ਹੁਣ ਆਪਣੇ ਪਤੀ ਨੂੰ ਕਿ ਰੱਬ ਦਾ ਬੰਦਾ ਕਹਿੰਦਾ ਜਿਹੜਾ ਛੋਟਾ ਆ, ਮੇਰੇ ਅੰਦਰ ਜੋੜੇ ਆ, ਪਰ ਜਿਹੜਾ ਛੋਟਾ ਆ ਉਹ ਬੜੇ ਤੋਂ ਵੀ ਬੜਾ ਹੋ। ਪਰ ਇੱਥੇ ਅਸੀਂ ਦੇਖਦੇ ਆ ਕਿ ਯਿਸੂ ਜਾਂ ਤਾਂ ਭੁੱਲ ਗਿਆ ਜੋ ਰਬੇਕਾ ਨੇ ਕਿਹਾ, ਜਾਂ ਉਹਦੇ ਪਿਆਰ ਨੇ, ਆਪਣੇ ਪੁੱਤ ਦੇ ਪਿਆਰ ਨੇ ਉਹਨੂੰ ਅੰਨਾ ਕਰਤਾ। ਕਿਉਂਕਿ ਉਹ ਯਿਸੂ ਨੂੰ ਚਾਹੁੰਦਾ, ਉਹ ਚਾਹੁੰਦਾ ਯਿਸੂ ਕੋਲ ਆਵੇ ਸਾਰਾ ਕੁਝ, ਜੇਕਬ ਕੋਲ ਨਹੀਂ। ਯਿਸੂ ਮੇਰਾ ਲਾਡਲਾ ਆ, ਮੇਰਾ ਪੁੱਤ ਆ। ਸੋ ਜਦੋਂ ਜੇਕਬ ਆਸ਼ੀਰਵਾਦ ਲੈਂਦਾ, ਉਹ ਚੋਰੀ ਨਹੀਂ ਕਰਦਾ, ਹੱਕ ਉਹਦਾ ਸੀ, ਰੱਬ ਨੇ ਪਹਿਲਾਂ ਤੋਂ ਕਿਹਾ ਸੀ। ਪਰ ਜਿਸ ਤਰ੍ਹਾਂ ਉਹ ਲੈਣ ਗਿਆ, ਝੂਠ ਬੋਲਿਆ, ਉਹ ਗਲਤ ਸੀ। ਅਗਰ ਰਬੈਕਾ ਆਪਣੇ ਆਦਮੀ ਨੂੰ ਸਮਝਾਉਂਦੀ ਕਿ ਯਾਦ ਕਰ ਰੱਬ ਦਾ ਬੰਦਾ ਕੀ ਕਹਿੰਦਾ ਸੀ ਕਿ ਆਸ਼ੀਰਵਾਦ ਬੜੇ ਕੋਲ ਨਹੀਂ, ਛੋਟੇ ਕੋਲ ਜਾਣੀ ਚਾਹੀਦੀ ਹੈ, ਹੋ ਸਕੇ ਆਈਜ਼ਕ ਮੰਨ ਜਾਂਦਾ। ਪਰ ਉਸਨੇ ਇਦਾਂ ਨਹੀਂ ਕੀਤਾ। ਜੇਕਬ ਚਲੇ ਗਿਆ ਅਤੇ ਜਾ ਕੇ ਆਪਣੇ ਬਾਪ ਦੇ ਮੋਹਰੇ ਉਹ ਪੇਸ਼ ਕਰਦਾ ਖਾਣਾ ਜੋ ਮਾਂ ਨੇ ਬਣਾਇਆ। ਬਾਪ ਨੂੰ ਚੰਗੀ ਤਰ੍ਹਾਂ ਦਿਸਦਾ ਨਹੀਂ, ਕਹਿੰਦਾ ਕਾਕਾ ਤੂੰ ਕੌਣ ਆ? ਝੂਠ ਬੋਲਿਆ, ਜੀ ਮੈਂ ਯਿਸੂ। ਤੂੰ ਯਿਸੂ? ਹਾਂਜੀ। ਇੰਨਾ ਜਲਦੀ? ਰੱਬ ਨੇ ਮੇਰੀ ਮਦਦ ਕੀਤੀ, ਸ਼ਿਕਾਰ ਮੇਰੇ ਰਾਹ ਲਿਆਂਦਾ, ਸ਼ਿਕਾਰ ਮੈਂ ਖੇਲਿਆ, ਉਹਦਾ ਮੈਂ ਮਾंस ਬਣਾ ਕੇ ਬਾਪੂ ਤੇਰੇ ਲਈ ਲਿਆਂਦਾ, ਖਾ, ਖੁਸ਼ ਹੋ, ਮੈਨੂੰ ਆਸ਼ੀਰਵਾਦ ਦੇ। ਉਹਨੂੰ ਸ਼ੱਕ ਆ
कहता वाह तेरी जेकब वर्गी लगती है। कहता काका हो रहे उन सोचे सूंघूंगा उन पता लग जाऊं उन जो सूंघे बो आई ईसू दी। कहता बो तेरी ईसू दी वाह लगती। फिर हाथ फेरिया तो उन खल्लां चाड़ियां सी तो सारी आशीर्वाद जेकब नूं दे दिंदा। जेकब हजे बाहर जांदा ईसू आ जांदा। बापू खा मैं खाना बनाया। जेकब काम जांदा आइजक काम जांदा। तू कौन है? मैं बापू ईसू। पर ईसू तो आ गया। नहीं मैं ईसू हूं मैं हुण आया। अच्छा वो फिर तेरा भरा सी वो ले गया तेरी आशीर्वाद। बाइबल दसदी ते पछतावे दी गल कर रहे रब्बी पछतावे दी। बाइबल दसदी ईसू रोया अते रोया पछताया रोया कि बापू क्या मेरे लिए एक भी आशीर्वाद नहीं। वो रोया पर ओदा जिहड़ा रोना सी वो दुनियावी रोना सीगा। ये बाइबल सानू दस रही ओदा पछतावा दुनियावी सी। वो इस करके नहीं पछताया क्योंकि उन पाप किया। वो इस करके नहीं पछताया उन्हें अपना जेठा पुणा देता। वो इस करके नहीं पछताया कि उनकी सादे ऊपर के उन्हें अपने बाप का कहना नहीं मन्निया ते हिटियाइट औरत ना शादी की ना मां का कहना मन्निया। इन्हां गल्लां तो नहीं पछताया। वो पछताया कि उन गवा लिया आशीर्वाद। ओदा मतलब जिहड़ा माल ओदे कोल आना सी ओ गवा लई तां रोंदा रब लई नहीं रोंदा। जो गलती कीती ओदे लई नहीं रोंदा। वो रोंदा जिहड़ा माल ओदे हथों चले गया आशीर्वाद ओदे हथों चले गए। ओदा पछतावा दुनियावी पछतावा सी। दुनियावी शरीरक चीज़ां लई ओ पछता रहा। वो रोया पर ओदे हंझू रब ने देखे नहीं क्योंकि रब लई नहीं रोंदा। कई बार असीं भी कहते कि परमेश्वर मैनू माफ कर। माफी मंगना किते बहुत नहीं है बहुत या पछता के रब वल मुड़ना। हाँ ईसू पछताया वो अद्धी माफी है पर रब वल नहीं मुड़िया। पछतावे का मतलब की पछतावे का मतलब अपने दिल नू बदलाना अपने दिमाग नू बदलाना तो मुड़ के गेड़ी ला के रब दे कोल मुड़ के जाना वो है पछतावा। अगर तुसी रब नू बाहर रहन दियो हजार बारी सॉरी 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 कहो माफी नहीं है सॉरी मंगी पर तुसी रब वाल नहीं मुड़े। सो थोड़ा पछतावा अद्धा आया अद्धा मतलब तुसी माफी मंगी पर रब वाल नहीं मुड़े। इत्थे वो यीशु पछतांदा यीशु रोंदा पर ओदे हंझू नकली नकली मतलब वो रब लई नहीं रो रहा अपनी मुक्ति लई नहीं रो रहा। वो रो रहा कि ओदे हथों आशीर्वाद चले गए। ओदे हंझू दुनियावी सी। ओदा पछतावा दुनियावी सी। ओदा सोग दुनियावी सी रब्बी नहीं सी। फिर होर आदमी बारे असी देखते जूडस कि उसने जीसस नू 30 चांदी दे सिक्के विले बेचा। जदों जूडस नू पता लग गया कि उन्हें जीसस उत्ते सजा सुनाती है कि उन्हें जीसस नू सलीब ते मार देना। बाइबल की कहती तुसी देखोगे बाइबल कहती जूडस पछताया पर उहदा पछतावा अद्धा सी। जूडस पछताया हाय हाय मैं की कर बैठा। मैं एक निर्दोष आदमी नू सूली ते चढ़ान लगा उन्होंने फड़ाया हुण उन्होंने सूली ते चाढ़ना एक निर्दोष बंदे कसूर मेरा। बाइबल कहती वो पछताया अते वो सीधा गया प्रधान जाचकां कोल जिहड़े बड़े बहादरी सी यहूदियां दे बुजुर्गां कोल उन्हां मोड़े उन पैसे सड़ते कहते मैं ये पैसे नहीं लेने क्योंकि मैं एक निर्दोषी बंदे नूं फड़वा दिता। जूडस पैसे सट के चले गया जाके गल दे विच फाहा लैके वो मर गया। इत्थे भी असीं देखदे कि जूडस दे दिल दे विच सोग सी
क्योंकि जूडस दो गल्लां कहंदा, एक कहंदा मैं पाप कीता, वो मंनदा उन गलती कीती। दूआ वो कहंदा मैं निर्दोषी नूं सलीब ते चाढ़िया, ये भी पता कि दोषी वो आ पर जीसस निर्दोषी आ। तीजी गल, उसने पैसे भी मोड़ते, पादरियां मोरे छुड़ते, पर ओदा पछतावा ओनू बचा नहीं सकिया। अद्धा पछतावा सी। हाँ उन मन्निया मैं पाप कीता, हाँ उन मन्निया मैं गलती कीती, हाँ उन मन्निया मैं एक निर्दोषे नूं फड़वाया, पर वो रब वल नहीं मुड़िया, चाहे उन माफी भी मंगी। कादे लई? वो माफी अधूरी सी। अधूरी माफी का की मतलब? उन माफी मंगी पर रब वाल नहीं। पूरी माफी या पछतावा या माफी मंगना तो फिर मुड़ के गेड़ी कट के रब वाल जाना, वो है पूरा पछतावा। पर कहना मैं सॉरी हाँ, मैं पाप किया, वो तुसी अद्धा कदम पुट्टिया, पूरा पछतावा नहीं। जूडस भी कहता मैं सॉरी हाँ, मैं पाप किया, वो कहता मैं पादरियां नूं कहता मैं पाप किया, पर वो रब वाल नहीं मुड़िया। माफी मंग के वो जीसस कोल नहीं आया कि मैनू मुक्ति दे, मैनू माफ कर। अगर वो आंदा था जीसस ने उन्हें माफ कर देना सी, और जीसस वाल नहीं, उहदा पछतावा अद्धा सी, पूरा पछतावा नहीं सी। किन्ने लोग केड़ा कल्ला अद्धा पछतावा लेके बैठे आ, हाँ मैं सॉरी हाँ, मैं करना नहीं चाहिए, वो मेरे तो हो गया, फिर भी वो नरक नूं जा रहा है। काद लई? क्योंकि रब वाल नहीं मुड़े, पूरा पछतावा नहीं। पूरा पछतावा रब वाल मुड़ना। संत पीटर ने गलती की, उन 3 वारी कहा वो जानता नहीं जीसस कौन है, 3 वारी वो मुकरिया, 3 वारी इनकार किया, 3 वारी कहता वो जानता नहीं कि जीसस कौन है। एक जगह लिखा कि उन गाल भी कटी, पर फिर बाइबल दस दी रोया, मुंह छुपाया, कुरलाया, जीसस वाल देखिया, वो बचाया गया। कादे लई? ओदा पछतावा पूरा सी। गलती की, माफी मंगी अध, फिर वह जीसस वाल मुड़िया, ये सी पूरा पछतावा। पूरा पछतावा मुड़ना रब वाल, ये नहीं कि कला कहना हम सॉरी। इधर तो हजारा कहते हैं सॉरी, कल नूं फिर उही करम करनगे सॉरी, फिर करनगे सॉरी, पर वो रब वाल नहीं मुड़ते। फिर कहना वो मैं सॉरी मंगी सी, वो अगर रब वाल मुड़ना। सो संत जी सानू दसदे कि दुनिया का सोग जेड़ा वो सानू मुक्ति नहीं दूंगा। दुनिया का सोग मौत लैके आउंदा। जूडस दे विच दुनिया का सोग सगा, पछताया पर पूरा पछतावा नहीं। दुनिया का सोग सी मैं की कर बैठा, पर रब वाल नहीं आया, उन फाहा ले लिया। बाइबल की कहती है दुनिया का सोग मौत है। यीशु वो भी पछताया, रोया, कुरलाया, पर रब वाल नहीं आया। अद्धा पछतावा सी, वो भी मर गया बिना रब की आशीर्वाद तो, बिना रब के मुक्ति तो। पर जड़ा रबी पछतावा वो मुक्ति लैके आउंदा। सो संत जी खुश है कि क्रिंथ दे चर्च ने दुनियावी पछतावा नहीं किया, रबी पछतावा। उन्होंने सट लगी जो संतां ने लिखिया, अपनियां गलतियां मनिया जो संतां ने कहा, अते मुड़ के वो रब दे कोल आया, उसी पूरा पछतावा। वो की कहंदे रबी पछतावा, वो पछतावा जड़ा रब चाहता है, वो पछतावा नहीं जड़ा दुनिया का पछतावा हैगा। गाहां असी पढ़ते हैं, वेखो थोड़ी ओह परमेश्वर जोग उदासी ने थोड़े विच किन्ना ही जोश, कि मेरी चिट्ठी ने चाहे थानू उदास किया, पर जरा ध्यान तां दवो कि थोड़े विच किन्ना फायदा पहुंचया, कि मेरे झिड़के ने थानू किन्ना फायदा दिता। चाहे तुसी माड़ा जिहा उदास होई, पर ओहदा फायदा थानू किन्ना पहुंचया। कहंदा देखो
ਤੁਹਾਡੇ ਉੱਤੇ ਪਰਮੇਸ਼ਵਰ ਯੋਗ ਉਦਾਸੀ ਨੇ, ਕਿਹੜੀ ਉਦਾਸੀ? ਸਹੀ ਉਦਾਸੀ ਜੋ ਰੱਬ ਚਾਹੁੰਦਾ। ਤੁਹਾਡੇ ਵਿੱਚ ਕਿੰਨਾ ਹੀ ਜੋਸ਼, ਕਿੰਨਾ ਹੀ ਉੱਤਰ ਦੇਣਾ, ਕਿੰਨੀ ਹੀ ਖਿੱਚ, ਕਿੰਨਾ ਹੀ ਡਰ, ਕਿੰਨੀ ਹੀ ਲੋਚ, ਕਿੰਨੀ ਹੀ ਅਣਖ, ਕਿੰਨੀ ਹੀ ਡਨ ਪੈਦਾ ਕੀਤਾ। ਸੋ ਸੰਤ ਜੀ ਕਹਿੰਦੇ ਆ ਪਰਮੇਸ਼ਵਰ ਯੋਗ ਉਦਾਸੀ ਤੇ ਕਈ ਗੱਲਾਂ ਜੋ ਲਿਖੀ ਹੈ, ਮੈਂ ਅੰਗਰੇਜ਼ੀ ਹੁਣ ਬਾਈਬਲ ਚ ਤੁਹਾਨੂੰ ਦੱਸਣ ਲੱਗਾ। ਪਰਮੇਸ਼ਵਰ ਯੋਗ ਉਦਾਸੀ ਨੇ ਕੀ ਪੈਦਾ ਕੀਤਾ? ਨੰਬਰ 1, ਸਾਵਧਾਨੀ। ਕਿੰਨੀ ਸਾਵਧਾਨੀ, ਕਿੰਨੀ ਸਫਾਈ, ਇਹ ਅੰਗਰੇਜ਼ੀ ਬਾਈਬਲ ਮੁਤਾਬਿਕ। ਕਿੰਨਾ ਗੁੱਸਾ ਤੁਹਾਡੇ ਅੰਦਰ ਪੈਦਾ ਕੀਤਾ, ਕਿੰਨਾ ਡਰ, ਕਿੰਨਾ ਜੋਸ਼ ਅਤੇ ਕਿੰਨਾ ਬਦਲਾ ਲੈਣ ਦਾ ਤੁਹਾਡੇ ਵਿੱਚ ਕੀ ਦੱਸ ਕੇ ਹੈ। ਇਹ ਤਾਂ ਗਲਤ ਦੱਸ ਰਿਹਾ ਪਾਦਰੀ ਸਾਹਿਬ, ਗੁੱਸਾ ਦੱਸ ਰਿਹਾ, ਬਦਲਾ ਲੈਣਾ ਦੱਸ ਰਿਹਾ। ਪਰ ਅਸੀਂ ਦੇਖਦੇ ਸੰਤ ਜੀ ਕੀ ਕਹਿੰਦੇ ਆ? ਸਾਵਧਾਨੀ। ਪਹਿਲੀ ਗੱਲ ਤੁਹਾਡੇ ਤੇ ਕਿੰਨੀ ਸਾਵਧਾਨੀ ਆਈ ਹੈ। ਉਹਦਾ ਮਤਲਬ ਹੁਣ ਤੁਸੀਂ ਸਾਵਧਾਨ ਰਹਿੰਦੇ ਆ। ਝੂਠੇ ਵਿਸ਼ਵਾਸੀ ਤੁਹਾਨੂੰ ਹੁਣ ਭੁਲੇਖਿਆਂ 'ਚ ਨਹੀਂ ਪਾਣਗੇ, ਹੁਣ ਤੁਸੀਂ ਸਾਵਧਾਨ ਆ। ਸੋ ਕਹਿੰਦਾ ਕਿੰਨੀ ਸਾਵਧਾਨੀ ਪੈਦਾ ਕੀਤੀ। ਅੱਗੇ ਮੰਗੂ ਤੁਸੀਂ ਭੇਡ ਚਾਲ ਲੋਕਾਂ ਮਗਰ ਨਹੀਂ ਲੱਗੋਗੇ, ਹੁਣ ਤੁਸੀਂ ਸਾਵਧਾਨ ਰਹੋਗੇ, ਖਿਆਲ ਰੱਖੋਗੇ ਕਿੱਧਰੋਂ ਸ਼ੈਤਾਨ ਆ ਰਿਹਾ, ਕਿੱਧਰੋਂ ਬਗਿਆੜ ਭੇਡਾਂ ਦੇ ਰੂਪ ਦੇ ਵਿੱਚ ਆ ਰਿਹਾ। ਭੇਡਾਂ ਨੂੰ ਕਹਣ ਤੁਸੀਂ ਸਾਵਧਾਨ। ਤਾਂ ਕਹਿੰਦਾ ਕਿੰਨੀ ਸਾਵਧਾਨੀ ਕਿ ਹੁਣ ਉਹ ਭੁਲੇਖਿਆਂ ਵਿੱਚ ਨਹੀਂ ਪੈਣਗੇ, ਸਾਵਧਾਨ ਰਹਿਣਗੇ। ਸ਼ੈਤਾਨ ਦੇ ਭੁਲੇਖਿਆਂ ਵਿੱਚ ਨਾ ਡਿੱਗਣਗੇ, ਉਹ ਸਾਵਧਾਨ ਦੇਖਣਗੇ ਕਿੱਧਰੋਂ ਸ਼ੈਤਾਨ ਕੰਮ ਕਰ ਰਿਹਾ, ਆ ਰਿਹਾ, ਤਾਂ ਕਿ ਉਹ ਦਰਵਾਜ਼ਾ ਬੰਦ ਕਰ ਸਕੇ। ਸੰਤ ਜੀ ਕਹਿੰਦਾ ਫਿਰ ਕਿੰਨੀ ਸਫਾਈ ਤੁਹਾਡੇ ਵਿੱਚ ਆਈ। ਉਹਦਾ ਮਤਲਬ ਹੁਣ ਤੁਸੀਂ ਦੋਸ਼ ਤੇ ਸ਼ਰਮ ਤੋਂ ਸਾਫ਼ ਆ। ਤੁਹਾਡੇ ਵਿੱਚ ਸਫਾਈ ਆਈ, ਰੱਬ ਨੇ ਤੁਹਾਨੂੰ ਸਾਫ਼ ਕੀਤਾ। ਹੁਣ ਤੁਹਾਡੇ ਵਿੱਚ ਕਿੰਨਾ ਗੁੱਸਾ ਆਇਆ, ਸਹੀ ਗੁੱਸਾ। ਇਹ ਗੁੱਸਾ ਸ਼ੈਤਾਨ ਤੇ, ਕਿ ਸ਼ੈਤਾਨ ਨੇ ਸਾਨੂੰ ਕਿਉਂ ਭਰਮਾਇਆ। ਹਾਂ, ਰੱਬ ਕਹਿੰਦਾ ਗੁੱਸਾ ਕੱਢੋ, ਪਰ ਸਹੀ ਤੇ ਬੰਦੇ ਤੇ ਨਹੀਂ, ਸ਼ੈਤਾਨ ਤੇ ਜਨ ਭੁਲੇਖਿਆਂ 'ਚ ਪਾਇਆ। ਤਾਂ ਹੀ ਜਦੋਂ ਦਬਕਾ ਦੇਵੋ ਪੂਰੇ ਗੁੱਸੇ ਨਾਲ ਉਹਨੂੰ ਦਬਕਾ ਦਿਓ। ਗੁੱਸਾ, ਸਹੀ ਗੁੱਸਾ। ਹੁਣ ਤੁਸੀਂ ਗੁੱਸੇ ਆ ਜੋ ਸ਼ੈਤਾਨ ਨੇ ਕੀਤਾ। ਹੁਣ ਤੁਸੀਂ ਗੁੱਸੇ ਆ ਸ਼ੈਤਾਨ ਦੇ ਖਿਲਾਫ, ਆਪਣਾ ਸਾਰਾ ਗੁੱਸਾ ਸ਼ੈਤਾਨ ਉੱਤੇ ਲਾਣਾ। ਕਿੰਨਾ ਗੁੱਸਾ, ਕਿਉਂਕਿ ਝੂਠੇ ਪੈਗੰਬਰ ਇਹਨਾਂ ਸ਼ੈਤਾਨਾਂ ਵੱਲੋਂ ਭੇਜੇ ਗਏ। ਕਿੰਨਾ ਡਰ। ਹੁਣ ਤੁਹਾਡੇ ਵਿੱਚ ਪਰਮੇਸ਼ਵਰ ਦਾ ਡਰ ਆਇਆ। ਫਿਰ ਕਹਿੰਦਾ ਕਿੰਨਾ ਜੋਸ਼। ਅੱਗੇ ਤੁਸੀਂ ਠੰਡੇ ਹੁੰਦੇ ਜਾਂਦੇ ਸੀ ਰੱਬ 'ਚ। ਜੋਸ਼ ਦਾ ਮਤਲਬ ਹੁਣ ਤੁਸੀਂ ਤੱਤੇ ਹੋ, ਗਰਮ ਆ ਰੱਬ 'ਚ। ਪਹਿਲਾਂ ਤੁਸੀਂ ਉਹਦੀ ਸੱਚਾਈ ਤੋਂ ਦੂਰ ਜਾ ਰਹੇ ਸੀ, ਤੁਹਾਡੀ ਆਤਮਾ ਠੰਡੀ ਹੋ ਰਹੀ ਸੀ। ਹੁਣ ਦੇਖੋ ਕਿੰਨਾ ਜੋਸ਼ ਆਇਆ। ਹੁਣ ਤੁਸੀਂ ਕਿੱਦਾਂ ਰੱਬ ਦੇ ਲਈ ਗਰਮ ਆ, ਆਹ ਵੀ ਕਰਨ ਨੂੰ, ਉਹ ਵੀ ਕਰਨ ਨੂੰ ਰੱਬ ਲਈ। ਕਿੰਨਾ ਜੋਸ਼। ਫਿਰ ਸੰਤ ਜੀ ਕੀ ਕਹਿੰਦਾ? ਬਦਲਾ ਲੈਣਾ। ਹਾਂ, ਕਿੰਨਾ ਬਦਲਾ ਲੈਣਾ। ਉਹਦਾ ਮਤਲਬ ਜਿਹੜੇ ਲੋਕੀ ਗਲਤ ਕੰਮ ਕਰਨ ਵਾਲਿਆਂ ਤੇ ਸਜ਼ਾ ਦੇਣੀ। ਹੁਣ ਤੁਸੀਂ ਗਲਤ ਕੰਮ ਕਰਨ ਵਾਲਿਆਂ ਤੇ ਸਜ਼ਾ ਦੇਵੋਗੇ। ਇਹ ਕਿਹੜੀ ਸਜ਼ਾ? ਇਹ ਦੁਨੀਆ ਦੇ ਲੋਕਾਂ ਦੀ ਨਹੀਂ ਗੱਲ ਕਰ ਰਿਹਾ, ਇਹ ਗੱਲ ਕਰ ਰਿਹਾ ਚਰਚ ਦੇ ਵਿੱਚ। ਚਰਚ ਦੇ ਵਿੱਚ ਕਾਹਦੀ ਸਜ਼ਾ? ਕੋਈ ਗਲਤੀ ਕਰੇ ਝੜਕਾ ਮਾਰਨਾ, ਨਹੀਂ ਸਮਝਦਾ ਚਰਚ ਤੋਂ ਬਾਹਰ ਕੱਢ ਦਿਓ। ਉਹਨਾਂ ਨਾਲ ਬੋਲੋ ਨਾ ਉਹਨਾਂ ਨਾਲ ਖਾਓ ਨਾ, ਸੰਗਤ ਕਰੋ, ਪਰ ਨਫ਼ਰਤ ਨਹੀਂ ਕਰਨੀ, ਉਹਨਾਂ ਲਈ ਪ੍ਰਾਰਥਨਾ ਕਰਨੀ ਕਿ ਉਹ ਸੱਚਾਈ ਦੇ ਰਾਹ ਤੇ। ਤਾਂ ਤੀਸਰੀ ਚੀਜ਼, ਉਹਨਾਂ ਨੂੰ ਸ਼ੈਤਾਨ ਦੇ ਹਵਾਲੇ ਕਰਨਾ। ਕਿਉਂਕਿ ਕ੍ਰਿੰਥੀਅਨ ਚਰਚ ਦੇ ਵਿੱਚ ਕਿਸੇ ਨੇ ਕਿਸੇ ਉੱਤੇ ਬਦਲਾ ਨਹੀਂ ਲਿਆ। ਉਹਦਾ ਮਤਲਬ ਉਸ ਚਰਚ ਦੇ ਵਿੱਚ ਕਈ ਕੁਝ ਗਲਤ ਜਾ ਰਿਹਾ ਸੀ। ਅਸੀਂ ਦੇਖਿਆ ਇੱਕ ਆਦਮੀ ਜੋ ਆਪਣੀ ਮਤਰੇਈ ਮਾਂ ਨਾਲ ਸੁੱਤਾ, ਬਲਕਿ ਚਰਚ ਨੇ ਫਿਰ ਵੀ ਉਹਨੂੰ ਬਾਹਰ ਨਹੀਂ ਕੱਢੇ, ਆਪਣੀ ਮਾਂ ਦੇ ਨਾਲ ਗਿਆ। ਫਿਰ ਅਸੀਂ ਦੇਖਿਆ ਇੱਕ ਦੂਏ ਨੂੰ ਕੋਟਾਂ 'ਚ ਲੈ ਕੇ ਜਾਂਦੇ, ਤਾਂ ਨਹੀਂ ਕਿਸੇ ਨੂੰ ਝੜਕਾ ਪਈਆਂ, ਨਾ ਚਰਚ ਤੋਂ ਕੱਢਿਆ, ਨਾ ਜਿਹੜੀ ਸਜ਼ਾ ਯੋਗ ਆ ਦਿੱਤੀ ਚਰਚ ਨੇ। ਪਰ ਹੁਣ ਕਹਿੰਦਾ ਦੇਖੋ ਤੁਸੀਂ ਆਪਣੇ ਚਰਚ ਨੂੰ ਤੁਸੀਂ ਸਾਫ਼ ਕਰਦਾ। ਹੁਣ ਤੁਸੀਂ ਬਦਲਾ, ਕਿੰਨਾ ਹੁਣ ਬਦਲਾ ਲੈਂਦੇ। ਕਿਹੜਾ ਗਲਤ ਕਰਦਾ ਉਹਨਾਂ ਨੂੰ ਤੁਸੀਂ ਝਟਕਾ ਮਾਰਦੇ, ਚਰਚ ਤੋਂ ਜਾਂ ਬਾਹਰ ਕੱਢਦੇ ਜਾਂ ਸ਼ੈਤਾਨ ਦੇ ਹਵਾਲੇ ਕਰਦੇ। ਇਹ ਬਾਹਰਲੇ ਪਾਪੀਆਂ ਦੀ ਗੱਲ ਨਹੀਂ ਕਰ ਰਿਹਾ ਸਜ਼ਾ ਦੇਣੇ, ਇਹ ਗੱਲ ਕਰ ਰਿਹਾ ਚਰਚ ਦੇ ਵਿੱਚ। ਸੋ ਸੰਤ ਜੀ ਕਹਿੰਦੇ ਕਿੰਨੀ ਸਾਵਧਾਨੀ, ਕਿੰਨੀ ਸਫਾਈ, ਕਿੰਨਾ ਗੁੱਸਾ, ਕਿੰਨਾ ਡਰ, ਕਿੰਨਾ ਜੋਸ਼, ਕਿੰਨਾ ਬਦਲਾ ਲੈਣਾ। ਕਿ ਦੇਖੋ ਤੁਹਾਡੇ ਵਿੱਚ
ਕਿੰਨੀਆਂ ਇਹ ਚੀਜ਼ਾਂ ਆਈਆਂ ਜਿਨ ਕਿ ਤੁਹਾਨੂੰ ਸੁਧਾਰਿਆ। ਤੁਸੀਂ ਹਰ ਤਰ੍ਹਾਂ ਨਾਲ ਆਪਣੇ ਲਈ ਪ੍ਰਮਾਣ ਦਿੱਤਾ ਪਈ ਅਸੀਂ ਇਸ ਗੱਲ ਵਿੱਚ ਸਾਫ਼ ਹਾਂ। 12ਵੀਂ ਹੈ ਗੱਲ ਕਾਦੀ, ਭਾਵੇਂ ਮੈਂ ਤੁਹਾਨੂੰ ਲਿਖਿਆ ਪਰ ਮੈਂ ਤਾਂ ਉਹਦੇ ਕਾਰਨ ਲਿਖਿਆ ਜਿਹਨੇ ਅਪਰਾਧ ਕੀਤਾ, ਨਾ ਉਹਦੇ ਕਾਰਨ ਜਿਹਦੇ ਨਾਲ ਅਪਰਾਧ ਹੋਇਆ, ਸਗੋਂ ਇਸ ਕਾਰਨ ਪਈ ਤੁਹਾਡਾ ਜੋਸ਼ ਜੋ ਸਾਡੇ ਲਈ ਹੈ ਸੋ ਪਰਮੇਸ਼ਵਰ ਦੇ ਹਜ਼ੂਰ ਤੁਹਾਡੇ ਉੱਤੇ ਪ੍ਰਗਟ ਹੋਵੇ। ਸੋ ਸੰਤ ਪੌਲ ਕਹਿੰਦਾ ਕਿ ਚਿੱਠੀ ਮੈਂ ਉਹਦੇ ਲਈ ਨਹੀਂ ਲਿਖੀ ਕਿ ਜਿਹਨ ਅਪਰਾਧ ਕੀਤਾ ਜਾਂ ਜਿਹਦੇ ਤੇ ਅਪਰਾਧ ਹੋਇਆ। ਅੰਗਰੇਜ਼ੀ ਬਾਈਬਲ ਮੁਤਾਬਿਕ ਇਹ ਚੀਜ਼ਾਂ ਮੈਂ ਲਿਖੀਆਂ ਤਾਂ ਕਿ ਤੁਸੀਂ ਸਾਡੇ ਪਿਆਰ ਨੂੰ ਜਾਣ ਸਕੋ ਕਿ ਅਸੀਂ ਤੁਹਾਡੀ ਕਿੰਨੀ ਪਰਵਾਹ ਕਰਦੇ ਹਾਂ, ਕਿ ਚਾਹੇ ਤੁਸੀਂ ਗਲਤੀਆਂ ਕੁਛ ਵੀ ਕੀਤਾ, ਤੁਹਾਨੂੰ ਝਿੜਕਾਂ ਮਾਰੀਆਂ ਕੁਛ ਵੀ, ਕਿਉਂਕਿ ਤੁਸੀਂ ਮੇਰੇ ਬੱਚੇ ਆ ਤਾਂ ਮੈਂ ਆਪਣੀ ਚਰਚ ਨੂੰ ਪਿਆਰ ਕਰਦਾ। ਸੰਤ ਕਹਿੰਦਾ ਸੋ ਇੱਥੇ ਅਸੀਂ ਆਪਣੇ ਪਿਆਰ ਨੂੰ ਜ਼ਾਹਰ ਕੀਤਾ। ਸੋ ਗਾਹਾਂ ਅਸੀਂ ਪੜ੍ਹਦੇ ਹਾਂ, ਇਸ ਲਈ ਅਸਾਂ ਦਿਲਾਸਾ ਪਾਇਆ, ਪਰ ਆਪਣੇ ਦਿਲਾਸੇ ਤੋਂ ਬਿਨਾਂ ਅਸੀਂ ਟਾਈਟਸ ਦੇ ਆਨੰਦ ਕਾਰਨ ਹੋਰ ਵੀ ਬਹੁਤ ਵੱਧ ਕੇ ਆਨੰਦ ਕੀਤਾ। ਉਹਦਾ ਆਤਮਾ ਤੁਸਾਂ ਸਭਨਾਂ ਤੋਂ ਤਾਜ਼ਾ ਹੋਇਆ। ਦਿਲਾਸਾ ਤਾਂ ਕਈ ਮਿਲਿਆ, ਪਰ ਜਿਹੜਾ ਦਿਲਾਸਾ ਟਾਈਟਸ ਲੈ ਕੇ ਆਇਆ ਸਾਨੂੰ ਬਹੁਤ ਜ਼ਿਆਦਾ ਹੋਇਆ, ਕਿਉਂਕਿ ਇੰਨਾ ਖੁਸ਼ ਸੀ ਜਦੋਂ ਤੁਹਾਡੇ ਕੋਲੋਂ ਆਇਆ ਕਿ ਉਹਨੂੰ ਤੁਹਾਡੇ ਕੋਲ ਇੱਕ ਤਰ੍ਹਾਂ ਦੀ ਤਾਜ਼ਗੀ ਮਿਲ ਗਈ, ਇੱਕ ਤਰ੍ਹਾਂ ਦੀ ਤਾਜ਼ਗੀ ਮਹਿਸੂਸ ਕਰਦਾ ਉਹ ਆਇਆ। ਉਹ ਖੁਸ਼ ਬਹੁਤ ਸੀਗਾ ਜਦੋਂ ਆਇਆ, ਕਿਉਂਕਿ ਸੰਤ ਜੀ ਡਰ ਦੇ ਵਿੱਚ ਬੈਠੇ ਸੀ, ਕੀ ਪਤਾ ਕੀ ਖਬਰ ਲੈ ਕੇ ਟਾਈਟਸ ਆਵੇ। ਕਿਉਂ ਜੋ ਮੈਂ ਉਹਦੇ ਅੱਗੇ ਤੁਹਾਡੇ ਲਈ ਕਿਸੇ ਗੱਲ ਅਭਿਮਾਨ ਕੀਤਾ ਹੋਵੇ ਤਾਂ ਲੱਜਾਵਾਨ ਨਹੀਂ ਹੋਣਾ ਪਿਆ। ਕਿ ਜੇ ਟਾਈਟਸ ਦੇ ਮੋਹਰੇ ਮੈਂ ਤੁਹਾਡੇ ਬੱਲੇ ਬੱਲੇ ਕੀਤੀ ਤਾਂ ਮੈਨੂੰ ਸ਼ਰਮਿੰਦਾ ਨਹੀਂ ਹੋਣਾ ਪਿਆ, ਕਿਉਂਕਿ ਤੁਸੀਂ ਮੇਰੀ ਲਾਜ ਰੱਖ ਲਈ ਕਿ ਤੁਸੀਂ ਚੰਗੇ ਨਿਕਲੇ ਤਾਂ ਮੈਨੂੰ ਸ਼ਰਮਿੰਦਗੀ 'ਚ ਨਹੀਂ ਪੈਣਾ ਪਿਆ। ਸੰਤ ਜੀ ਕੀ ਕਹਿੰਦੇ, ਇਸ ਲਈ ਅਸਾਂ ਦਿਲਾਸਾ ਪਾਇਆ ਹੈ 13ਵੀਂ ਹੈ, ਪਰ ਆਪਣੇ ਦਿਲਾਸੇ ਤੋਂ ਬਿਨਾਂ ਅਸੀਂ ਟਾਈਟਸ ਦੇ ਆਨੰਦ ਕਾਰਨ ਹੋਰ ਵੀ ਬਹੁਤ ਵੱਧ ਕੇ ਆਨੰਦ ਕੀਤਾ। ਕਿਉਂ ਜੋ ਉਹਦਾ ਆਤਮਾ ਤੁਸੀਂ ਸਭਨਾਂ ਤੋਂ ਤਾਜ਼ਾ ਹੋਇਆ ਹੈ। ਕਿਉਂ ਜੋ ਮੈਂ ਉਹਦੇ ਅੱਗੇ ਤੁਹਾਡੇ ਲਈ ਕਿਸੇ ਗੱਲ ਅਭਿਮਾਨ ਕੀਤਾ ਹੋਵੇ ਤਾਂ ਲੱਜਾਮਾਨ ਨਹੀਂ ਹੋਣਾ ਪਿਆ, ਪਰ ਜਿਵੇਂ ਅਸਾਂ ਤੁਹਾਡੇ ਨਾਲ ਸਾਰੀਆਂ ਗੱਲਾਂ ਸੱਚ ਆਖੀਆਂ ਤਿਵੇਂ ਸਾਡਾ ਅਭਿਮਾਨ ਵੀ ਜਿਹੜਾ ਮੈਂ ਟਾਈਟਸ ਅੱਗੇ ਕੀਤਾ ਸੱਚਾ ਨਿਕਲਿਆ। ਜੋ ਵੀ ਗੱਲਾਂ ਮੈਂ ਤੁਹਾਡੇ ਬਾਰੇ ਕੀਤੀਆਂ ਗੱਲਾਂ ਕੀ ਤੂੰ ਸੱਚੀ ਨਿਕਲੀਆਂ, ਤੂੰ ਸੱਚੀ ਮੇਰਾ ਕਹਿਣਾ ਮੰਨਿਆ, ਸੱਚੀ ਰੱਬ ਵੱਲ ਮੁੜੇ, ਸੱਚੀ ਤੁਸੀਂ ਆਪਣੇ ਆਪ ਦੀ ਸਫਾਈ ਕੀਤੀ ਸਾਰੇ ਚਰਚ ਦੀ, ਅਤੇ ਉਹ ਤੁਸਾਂ ਸਭਨਾਂ ਦੀ ਆਗਿਆਕਾਰੀ ਨੂੰ ਚੇਤੇ ਕਰਕੇ ਭਈ ਤੁਸਾਂ ਕਿਸ ਤਰ੍ਹਾਂ ਡਰ ਕੰਬੇ ਨਾਲ ਉਹਨੂੰ ਕਬੂਲ ਕੀਤਾ ਸੀ, ਇਸ ਕਰਕੇ ਉਹਦਾ ਮਨ ਤੁਹਾਡੇ ਵੱਲ ਬਹੁਤ ਲੱਗਿਆ ਹੋਇਆ ਹੈ। ਕਹਿੰਦਾ ਉਹਦਾ ਪਿਆਰ ਅੱਗੇ ਨਾਲ ਵੀ ਵੱਧ ਗਿਆ ਟਾਈਟਸ ਦਾ, ਜਦੋਂ ਉਸਨੇ ਦੇਖਿਆ ਤੁਸੀਂ ਕਿੱਦਾਂ ਕਹਿਣਾ ਮੰਨਦੇ ਆ, ਕਿੱਦਾਂ ਤੁਸੀਂ ਕਹਿਣਾ ਮੰਨਿਆ, ਆਗਿਆਕਾਰ ਹੋਏ, ਕਿੱਦਾਂ ਤੁਸੀਂ ਉਹਦਾ ਆਦਰ ਕੀਤਾ, ਉਹਦੇ ਮੋਹਰੇ ਕੰਮ ਦੇ ਡਰਦੇ, ਮਤਲਬ ਉਹਨੂੰ ਮਾਣ ਦਿੱਤਾ ਟਾਈਟਸ ਨੂੰ, ਉਹਦੇ ਮੋਹਰੇ ਤੁਸੀਂ ਡਰਦੇ ਕੰਮਦੇ, ਮਤਲਬ ਆਪਣੇ ਆਪ ਨੂੰ ਨੀਵੇਂ ਕੀਤਾ। ਕਿ ਉਹਦਾ ਜਿਹੜਾ ਪਿਆਰ ਆ ਟਾਈਟਸ ਦਾ ਉਹ ਤਾਂ ਤੁਹਾਡੇ ਲਈ ਹੋਰ ਵੀ ਵੱਧ ਗਿਆ ਜਦੋਂ ਤੁਹਾਡਾ ਇਹ ਵਿਹਾਰ ਉਸਨੇ ਦੇਖਿਆ। ਮੈਂ ਆਨੰਦ ਹਾਂ ਜੋ ਹਰੇਕ ਗੱਲ ਵਿੱਚ ਮੈਨੂੰ ਤੁਹਾਡੇ ਵੱਲੋਂ ਪੂਰਾ ਭਰੋਸਾ ਹੈ। ਕਹਿੰਦਾ ਹੁਣ ਮੈਂ ਖੁਸ਼ ਹਾਂ। ਸੰਤ ਕਹਿੰਦਾ ਕੋਰਿੰਥੀਆਂ ਨੂੰ ਹੁਣ ਮੈਨੂੰ ਪੂਰਾ ਯਕੀਨ ਹੈ, ਹੁਣ ਮੈਨੂੰ ਪੂਰਾ ਭਰੋਸਾ ਆ ਤੁਹਾਡੇ ਉੱਤੇ। ਆਮੀਨ। ਸ਼ੁਕਰੀਆ ਪਰਮੇਸ਼ਵਰ, ਟਾਈਟਸ ਦੇ ਪਰਮੇਸ਼ਵਰ, ਸੰਤ ਪੌਲ ਦੇ ਪਰਮੇਸ਼ਵਰ, ਜਿਹਦੇ ਨਾਮ ਦੇ ਉੱਤੇ ਅਸੀਂ ਯਕੀਨ ਕਰਦੇ, ਜੀਂਦੇ ਪਰਮੇਸ਼ਵਰ ਜੋ ਜੁਗੋ ਜੁਗ ਟਲ, ਸਾਡਾ ਪਰਮੇਸ਼ਵਰ ਜੋ ਮਹਾਨ, ਜੋ ਤਾਕਤਵਰ, ਜੋ ਸਰਬ ਸ਼ਕਤੀਮਾਨ। हे ਪਰਮੇਸ਼ਵਰ, ਤੁਹਾਡੇ ਪ੍ਰਚਾਰ ਦੀ ਆਵਾਜ਼ ਜਿੱਥੇ ਤੱਕ ਜਾਂਦੀ ਸਭਨਾਂ ਨੂੰ ਛੂਣਾ, ਜਿਹੜੇ ਬਿਮਾਰ ਉਹਨਾਂ ਨੂੰ ਠੀਕ ਕਰ, ਸ਼ੈਤਾਨ ਦੀਆਂ ਕੈਦਾਂ ਨੂੰ ਖੋਲ ਕੇ ਕੈਦੀਆਂ ਨੂੰ ਆਜ਼ਾਦ ਕਰ, ਬਿਮਾਰਾਂ ਨੂੰ ਰਾਜੀ ਕਰ। ਖਾਸ ਕਰਕੇ ਪ੍ਰਾਰਥਨਾ ਪ੍ਰਭੂ ਕੇ ਸਾਰਿਆਂ ਦੀਆਂ ਆਤਮਾਵਾਂ ਨੂੰ ਬਚਾਉਣਾ, ਉਹਨਾਂ ਦੀਆਂ ਅੱਖਾਂ ਨੂੰ ਖੋਲਣਾ ਤਾਂ ਕਿ ਉਹ ਸੱਚਾਈ ਦੇਖ ਸਕਣ। ਜਿਹੜੇ ਦੂਰ ਆ ਪ੍ਰਭੂ ਤੁਹਾਡੇ ਲਾਗੇ ਆਣ। ਇਹ ਚੀਜ਼ਾਂ ਅਸੀਂ ਮੰਗਦੇ ਜੀਸਸ ਕ੍ਰਾਈਸਟ ਦੇ ਨਾਮ ਦੁਆਰਾ ਕਿ ਇਜ਼ਰਾਈਲ ਦਾ ਪਰਮੇਸ਼ਵਰ ਸਾਰਿਆਂ ਨੂੰ ਬਰਕਤ, ਸਾਰਿਆਂ ਨੂੰ ਆਸ਼ੀਰਵਾਦ, ਸਾਰਿਆਂ ਨੂੰ ਸ਼ਾਂਤੀ ਦੇਵੇ। ਇਜ਼ਰਾਈਲ ਦਾ ਪਰਮੇਸ਼ਵਰ ਸਭਨਾਂ ਤੇ ਆਪਣਾ ਚਿਹਰੇ ਨੂੰ ਚਮਕਾਵੇ। ਇਹ ਚੀਜ਼ਾਂ ਅਸੀਂ ਜੀਸਸ ਨਾਮ ਦੇ ਵਿੱਚ ਮੰਗਦੇ, ਪ੍ਰਾਰਥਨਾ ਕਰਦੇ।
ਸਾਡੇ ਪਿਤਾ ਜੋ स्वर्ग ਵਿੱਚ ਹੈ, ਤੁਹਾਡਾ ਨਾਮ ਪਵਿੱਤਰ ਮੰਨਿਆ ਜਾਏ, ਤੁਹਾਡਾ ਰਾਜ ਆਵੇ, ਤੁਹਾਡੇ ਹੁਕਮਾਂ ਤੇ ਚੱਲਿਆ ਜਾਏ, ਜ਼ਮੀਨ ਤੇ ਜਿਸ ਤਰ੍ਹਾਂ स्वर्ग ਵਿੱਚ ਹੈ। ਪਰਮੇਸ਼ਵਰ ਸਾਨੂੰ ਅੱਜ ਦਾ ਖਾਣਾ ਦਿਓ, ਸਾਡੇ ਪਾਪਾਂ ਨੂੰ ਮਾਫ ਕਰੋ, ਅਸੀਂ ਸਾਰਿਆਂ ਨੂੰ ਮਾਫ ਕਰਦੇ ਜਿਨ੍ਹਾਂ ਸਾਡੇ ਖਿਲਾਫ ਪਾਪ ਕੀਤੇ। ਸਾਨੂੰ ਪਰੀਖਿਆ ਵਿੱਚ ਪੈਣ ਤੋਂ ਬਚਾਓ, ਸਾਨੂੰ ਬੁਰਾਈ ਤੋਂ ਬਚਾਓ। ਤੁਹਾਡਾ ਹੈ ਰਾਜ, ਮਹਿਮਾ, ਸ਼ਕਤੀ ਸਾਡੇ ਪ੍ਰਭੂ ਜੀਸਸ ਦੁਆਰਾ। ਇਹ ਪਰਮੇਸ਼ਵਰ ਤੁਹਾਡੇ ਨਾਮ ਦੀ ਮਹਿਮਾ ਉਸਤਤ ਹੁੰਦੀ ਰਹੇ ਸਦਾ ਸਦਾ ਦੇ ਲਈ। ਆਮੀਨ, ਆਮੀਨ, ਆਮੀਨ।